बेटा जी असी कोई भी क्लास लगाने ਇਹਦੀ ਰਿਕਾਰਡਿੰਗ ਹੁੰਦੀ ਤੁਹਾਡੀ ਐਪ ਦੇ ਵਿੱਚ ਅਵੇਲੇਬਲ। अगर ਤੁਹਾਨੂੰ कुछ लगता भी ਅਸੀਂ ਕੋਈ ਦੁਬਾਰਾ ਸਮਝਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਵਿੱਚ ਦੁਬਾਰਾ ਦੇਖ ਸਕਦੇ ਆ। ਠੀਕ ਆ ਜੀ। ਹੁਣ बेटा ਅਸੀਂ ਚੱਲਣਾ ਹੈਗਾ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਦੇ ਉੱਤੇ। ਜਿਹੜੀ ਪਹਿਲੀ ਕਿਸਮ ਹੈਗੀ ਸਾਡੇ ਕੋਲ ਰਸਾਇਣਿਕ ਕਿਰਿਆ ਦੀ ਪਹਿਲੀ ਕਿਸਮ ਉਹ ਹੈਗੀ ਆ ਸੰਯੋਜਨ ਕਿਰਿਆ। देखो मैं पहला ਆਪਾਂ कुछ ਰਸਾਇਣਿਕ ਕਿਰਿਆਵਾਂ ਲਿਖਦੇ ਆ, ਫਿਰ ਉਹ ਚ ਤੁਹਾਨੂੰ ਦੇਖੋ ਇਹ ਚ ਕੀ ਆ ਆਪਾਂ ਕੋਲ ਆ ਇੱਕ ਰਸਾਇਣਿਕ ਕਿਰਿਆ ਆ ਜਿਹੜਾ ਕੈਲਸ਼ੀਅਮ ਆਕਸਾਈਡ ਹੈਗਾ। ਅਸੀਂ ਜਦੋਂ ਉਹਨੂੰ ਪਾਣੀ ਚ ਘੋਲਦੇ ਆ ਸਾਡਾ ਕੀ ਹੁੰਦਾ ਆ ਕੈਲਸ਼ੀਅਮ ਹਾਈਡਰੋਕਸਾਈਡ ਬਣ ਜਾਂਦਾ। ਠੀਕ ਆ ਜੀ। ਔਰ ਸਭ ਤੋਂ ਸ਼ੁਰੂ ਚ ਪਹਿਲਾਂ ਸਭ ਤੋਂ ਜਿਹੜੀ ਆਪਾਂ ਰਿਐਕਸ਼ਨ ਕੀਤੀ ਸੀਗੀ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਦੀ। ਆਪਾਂ ਕੀ ਦੇਖਿਆ ਸੀਗਾ ਕਿ ਜਦੋਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਸੀਗਾ ਤਾਂ ਮੈਗਨੀਸ਼ੀਅਮ ਆਕਸਾਈਡ ਸਾਡੇ ਕੋਲ ਬਣ ਗਿਆ ਸੀਗਾ। ਠੀਕ ਆ। ਜਾਂ ਬੇਟਾ ਹੋਰ ਕੀ ਆ ਜਦੋਂ ਅਸੀਂ ਕਾਰਬਨ ਜਿਹੜੀ ਹੈਗੀ ਆ ਉਹਨੂੰ ਆਕਸੀਜਨ ਵਿੱਚ ਜਲਾਣੇ ਆ ਤਾਂ ਸਾਡੇ ਕੋਲ ਕੀ ਹੋ ਜਾਂਦਾ ਆ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਆ ਉਹ ਬਣ ਜਾਂਦੀ। ਤਿੰਨ ਰਿਐਕਸ਼ਨਾਂ ਦੇਖੋ ਤੁਹਾਡੇ ਸਕਰੀਨ ਤੇ ਤੁਹਾਨੂੰ ਦਿਸ ਰਹੀਆਂ। ਠੀਕ ਹੈ ਜੀ। ਤੇ ਇੱਕ ਹੋਰ ਆਪਾਂ ਲਿਖਦੇ ਆ ਇਹਦੇ ਵਿੱਚ ਕੀ ਹੈਗਾ ਕੁਦਰਤੀ ਗੈਸ ਦਾ ਜਲਣਾ। ਮਤਲਬ CH4 ਜਿਹੜੀ ਆ ਮੀਥੇਨ ਗੈਸ ਹੁੰਦੀ ਆ। ਅਸੀਂ ਜਦੋਂ ਇਹਨੂੰ ਜਲਾਣੇ ਆ ਆਕਸੀਜਨ ਦੇ ਵਿੱਚ ਸਾਡਾ ਕੀ ਹੁੰਦਾ ਆ ਕਾਰਬਨ ਡਾਈਆਕਸਾਈਡ ਪਾਣੀ ਅਤੇ ਜਿਹੜੀ ਹੀਟ ਹੈਗੀ ਆ ਤਾਪ ਜਾਂ ਹੀਟ ਵਾ ਉਪਤ ਪੈਦਾ ਹੁੰਦਾ। ਹੁਣ ਧਿਆਨ ਦਿਓ ਇਹਨਾਂ ਸਾਰੀਆਂ ਰਿਐਕਸ਼ਨਾਂ ਦੇ ਵਿੱਚ ਕੀ ਆ ਖੱਬੇ ਪਾਸੇ ਆਪਾਂ ਪੜ੍ਹਿਆ ਸੀ ਰਸਾਇਣਿਕ ਕਿਰਿਆਵਾਂ ਦੇ ਵਿੱਚ ਖੱਬੇ ਪਾਸੇ ਪਤ ਕੀ ਹੁੰਦੇ ਆ ਇਹਨਾਂ ਨੂੰ ਕੀ ਕਹਿੰਦੇ ਆਪਾਂ ਸਾਰਿਆਂ ਨੂੰ ਹਾਂ ਬੇਟਾ ਇਹ ਸਾਰੇ ਅਭਿਕਾਰਕ ਹੁੰਦੇ ਆ। ਇਹ ਸਾਡੇ ਕੋਲ ਕੀ ਆ ਇਹ ਸਾਰੇ ਉਤਪਾਦ ਆ। ਹੁਣ ਬੇਟਾ ਇਹਨਾਂ ਸਾਰੀਆਂ ਰਸਾਇਣਿਕ ਕਿਰਿਆਵਾਂ ਵਿੱਚ ਤੁਸੀਂ ਧਿਆਨ ਦਿਓ ਇਹਨਾਂ ਦੇ ਜਿਹੜੇ ਪਹਿਲੀਆਂ ਤਿੰਨ ਹੈਗੀਆਂ ਪਹਿਲੀਆਂ ਤਿੰਨ ਰਸਾਇਣਿਕ ਕਿਰਿਆਵਾਂ ਦੇ ਵਿੱਚ ਜਿਹੜੇ ਦੋ ਉਤਪਾਦ ਆ ਅਭਿਕਾਰਕ ਆ ਸੌਰੀ ਉਹ ਜੁੜ ਕੇ ਕੀ ਬਣਾ ਰਿਹਾ ਇੱਕ ਉਤਪਾਦ ਬਣਾ ਰਿਹਾ। ਠੀਕ ਹੈ ਨਾ। ਜਾਂ ਇੱਥੇ ਕੀ ਆ ਦੋ ਅਭਿਕਾਰਕ ਜਿਹੜੇ ਜੁੜ ਕੇ ਉਹ ਕੀ ਕਰ ਰਿਹਾ ਉਹਨੀ ਦੋ ਇੱਥੇ ਇੱਕ ਬਣਿਆ ਉਤਪਾਦ ਇੱਥੇ ਕੀ ਹੈ ਇੱਕ ਤੋਂ ਜ਼ਿਆਦਾ ਉਤਪਾਦ ਬਣਾਏ। ਠੀਕ ਹੈ ਨਾ। ਹੁਣ ਦੇਖੋ ਸੰਯੋਜਨ ਇੱਥੇ ਕੀ ਆ ਜੁੜ ਗਏ ਆ ਦੋਨੇ ਅਭਿਕਾਰਕ ਜੁੜ ਕੇ ਇੱਕ ਉਤਪਾਦ ਬਣਾ ਰਹੇ। ਇਹਦੇ ਵਿੱਚ ਵੀ ਦੋ ਅਭਿਕਾਰਕ ਜੁੜ ਕੇ ਇੱਕ ਉਤਪਾਦ ਬਣਾ ਇਹਦੇ ਵਿੱਚ ਵੀ ਦੋ ਅਭਿਕਾਰਕਾਂ ਨੇ ਜੁੜ ਕੇ ਇੱਕ ਉਤਪਾਦ ਬਣਾਇਆ। ਤੇ ਇੱਥੇ ਕੀ ਆ ਦੋ ਉਤਪਾਦ ਜੁੜੇ ਆ ਤੇ ਉਹਨੇ ਇੱਕ ਤੋਂ ਜ਼ਿਆਦਾ ਉਤਪਾਦ ਜਿਹੜਾ ਉਹ ਬਣਾ ਦਿੱਤਾ। ਠੀਕ ਆ ਜੀ। बेटा ਇਹੋ ਜਿਹੀ ਰਸਾਇਣਿਕ ਕਿਰਿਆ ਮਤਲਬ ਉਹ ਰਸਾਇਣਿਕ ਕਿਰਿਆ। ਹੁਣ ਇੱਕ ਧਿਆਨ ਦੇਣਾ ਪੁੱਤ ਜਦੋਂ ਅਸੀਂ ਅੱਜ ਤੋਂ ਬਾਅਦ ਅਸਾਈਨਮੈਂਟ ਤੁਹਾਨੂੰ ਆਣੀ ਆ ਤੁਸੀਂ ਉਹਨੂੰ ਲਿਖਣਾ ਲਿਖਿਓ ਨਹੀਂ ਲਿਖਣਾ ਨਾ ਲਿਖਿਓ ਜਿਹੜੀ ਤੁਹਾਨੂੰ ਪਿੱਛੋਂ ਅਸਾਈਨਮੈਂਟ ਆਊਗੀ। ਠੀਕ ਆ। ਹੁਣ ਜੋ ਤੁਹਾਨੂੰ ਕਲਾਸ ਵਿੱਚ ਕਰਾਇਆ ਜਾਊਗਾ ਉਹਨੂੰ ਉਹੀ ਤੁਸੀਂ ਫਾਈਨਲ ਮੰਨਣਾ। ਅਸਾਈਨਮੈਂਟ ਆਉਂਗੀ ਤੁਹਾਨੂੰ ਤੁਸੀਂ ਉਹਨੂੰ ਸਟੱਡੀ ਕਰ ਲੈਣਾ ਦੇਖ ਲੈਣਾ ਸਮਝ ਲੈਣਾ ਜ਼ਰੂਰਤ ਸਮਝੀ ਲਿਖਣਾ ਨਹੀਂ ਨਾਲ ਉਹ ਕੋਈ ਗੱਲ ਨਹੀਂ। ਇੱਥੇ ਕਲਾਸ ਵਿੱਚ ਦੋ ਤੁਹਾਨੂੰ ਕਰਾਇਆ ਜਾਊਗਾ ਉਹਦੇ ਨਾਲ ਸੰਬੰਧਿਤ ਤੁਸੀਂ ਉਹ ਫਾਈਨਲ ਮੰਨਣਾ। ਠੀਕ ਹੈ ਨਾ। ਹੁਣ ਆਪਾਂ ਦੇਖੋ ਬੇਟਾ ਕੀ ਦੇਖਿਆ ਅਸੀਂ ਦੇਖਿਆ ਇਹਨਾਂ ਸਾਰੀਆਂ ਰਸਾਇਣਿਕ ਕਿਰਿਆਵਾਂ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਉਤਪਾਦ ਜਿਹੜੇ ਆ ਅਭਿਕਾਰਕ ਜੁੜ ਕੇ ਇੱਕ ਉਤਪਾਦ ਜਾਂ ਇੱਕ ਤੋਂ ਜ਼ਿਆਦਾ ਉਤਪਾਦ ਬਣਾ ਰਹੇ। ਮਤਲਬ ਆ ਜੁੜ ਗਏ ਸਾਰੇ ਜੁੜ ਗਏ ਇਹਨੇ ਕੀ ਬਣਾ ਇੱਕ ਚੀਜ਼ ਬਣਾ ਦਿੱਤੀ। ਮਤਲਬ ਇਹ ਹੋਗਾ ਸੰਯੋਜਨ। ਮਤਲਬ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਅਭਿਕਾਰਕ ਆਪਸ ਵਿੱਚ
जोड़ के एक ਜਾਂ एक तो ਵੱਧ ਉਤਪਾਦ ਬਣਾਉਂਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਸੰਯੋਜਨ ਕਿਰਿਆ ਕਹਿੰਦੇ ਹਨ। ਕਲੀਅਰ ਹੋਗਾ ਬੇਟਾ ਸੰਯੋਜਨ ਕਿਰਿਆ ਕਿਆ ਹੁੰਦੀ? ਸੰਯੋਜਨ ਕਿਰਿਆ ਕੀ ਹੋ ਗਈ? ਉਹ ਰਸਾਇਣਕ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਅਭਿਕਾਰਕ ਆਪਸ ਵਿੱਚ ਜੁੜ ਕੇ ਇੱਕ ਜਾਂ ਇੱਕ ਤੋਂ ਵੱਧ ਉਤਪਾਦ ਬਣਾਉਂਦੇ ਹਨ ਉਹਨਾਂ ਨੂੰ ਅਸੀਂ ਸੰਯੋਜਨ ਕਿਰਿਆ ਕਹਿੰਦੇ ਹਾਂ। ਠੀਕ ਆ ਜੀ। ਸੰਯੋਜਨ ਕਿਰਿਆ ਮਤਲਬ ਸੰਯੋਜਨ ਮਤਲਬ ਜੁੜ ਜਾਣਾ। ਹੁਣ ਜਦੋਂ ਤੁਸੀਂ ਚਲੋ ਨੋਟ ਕਰ ਲਿਆ ਨਹੀਂ ਆ ਤਾਂ ਜਦੋਂ ਇਹ ਤੈਨੂੰ ਫੋਟੋ ਖਿੱਚ ਕੇ ਆਊਗੀ ਤਾਂ ਪਹਿਲਾਂ ਆ ਪਰਿਭਾਸ਼ਾ ਲਿਖਣੀ ਆ, ਬਾਅਦ ਵਿੱਚ ਕੀ ਕਰਨਾ ਪਤਾ ਅਸੀਂ ਬਾਅਦ ਵਿੱਚ ਉਦਾਹਰਨਾਂ ਲਿਖਣੀਆਂ। ਠੀਕ ਹੈ, ਸਮਝ ਲੱਗ ਗਿਆ ਸੰਯੋਜਨ ਕਿਰਿਆ? ਹਾਂ ਸਾਨੀਆਬਤ ਸੰਯੋਜਨ ਕਿਰਿਆ ਕੀ ਹੋ ਗਈ? ਆ ਬੱਚੀ ਕਿਹੜੀ ਆ? ਸੰਦੀਪ ਕੌਰ। ਸੰਦੀਪ ਕੌਰ ਸਮਝ ਲੱਗ ਗਿਆ ਪੁੱਤ? ਕੀ ਹੁੰਦੀ ਹੈ ਸੰਯੋਜਨ ਕਿਰਿਆ? ਬੇਟਾ ਆਪਣੇ ਆਪਣੇ ਮਨ ਵਿੱਚ ਵਸਾ ਲੈਣਾ ਵੀ ਉਹ ਰਸਾਇਣਕ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵਿਕਾਰਕ ਆਪਸ ਵਿੱਚ ਜੁੜ ਕੇ ਕਿਰਿਆ ਕਰਕੇ ਕੁਝ ਵੀ ਉਹਨੇ ਕੀ ਕੀਤਾ, ਇੱਕ ਉਤਪਾਦ ਬਣਾਇਆ ਜਾਂ ਇੱਕ ਤੋਂ ਜ਼ਿਆਦਾ ਉਤਪਾਦ ਬਣਾਇਆ। ਠੀਕ ਹੈ ਜੀ। ਹਾਂ ਬਈ ਗੁਰਵੀਰ ਸਿੰਘ। ਬੇਟਾ ਪੇਪਰ ਦੇ ਵਿੱਚ ਦੇਖੋ ਧਿਆਨ ਦੇਣਾ ਤੁਸੀਂ, ਪੇਪਰ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਕੀ ਹੋਣਾ ਆ, ਆਪਾਂ ਲਿਖਿਆ ਹੋਣਾ ਸਾਨੂੰ ਵੀ ਹੇਠਾਂ ਦਿੱਤੀ ਰਸਾਇਣਕ ਕਿਰਿਆ ਕਿਸ ਕਿਸਮ ਦੀ ਹੈ। ਉਹ ਚਾਰ ਪੰਜ ਨਾਮ ਹੁਣ ਜੇ ਤਾਂ ਆਪਾਂ ਦੇਖਣਾ ਵੀ ਖੱਬੇ ਪਾਸੇ ਦੋ ਚੀਜ਼ਾਂ ਆ, ਇਧਰਲੇ ਪਾਸੇ ਇੱਕ ਚੀਜ਼ ਵਾ। ਠੀਕ ਹੈ ਨਾ, ਜਾਂ ਇੱਧਰ ਵੀ ਦੋ ਆ ਇੱਧਰ ਵੀ ਦੋ ਆ, ਤੇ ਬੇਸਿਕਲੀ ਕੀ ਹੋਣੀ ਆ ਬੇਟਾ ਉਹ ਸੰਯੋਜਨ ਕਿਰਿਆ। ਆ ਤਾਂ ਸੰਯੋਜਨ ਕਿਰਿਆ ਹੈ ਹੀ ਆ। ਠੀਕ ਹੈ ਨਾ। ਅਗਰ ਇਦਾਂ ਨਹੀਂ ਸਾਰੀ ਸੰਯੋਜਨ ਕਿਰਿਆ ਆਪਾਂ ਪੁੱਛਿਆ ਜਾ ਸਕਦਾ ਇਹ ਕਿਹੜੀ ਕਿਸਮ ਦਾ, ਆਪਾਂ ਲੈਣਾ ਸੰਯੋਜਨ ਕਿਰਿਆ। ਕਿਉਂ ਆ? ਕਿਉਂਕਿ ਇਹਦੇ ਵਿੱਚ ਕੀ ਹੋ ਰਿਹਾ, ਦੋ ਅਭਿਕਾਰਕ ਆਪਸ ਵਿੱਚ ਜੁੜ ਕੇ ਇੱਕ ਉਤਪਾਦ ਨੂੰ ਬਣਾ ਰਹੇ। ਵੀਡੀਓ ਔਨ ਕਰੋ। ਦਿਲਪ੍ਰੀਤ ਸਿੰਘ ਵੀਡੀਓ ਔਨ ਕਰੋ। ਕਿਸੇ ਨੇ ਵੀ ਵੀਡੀਓ ਆਫ ਨਹੀਂ ਰੱਖਣਾ ਆਪਣਾ। ਠੀਕ ਆ ਜੀ। ਪ੍ਰਭ ਜਦੋਂ ਪਤਾ ਲੱਗ ਗਿਆ ਉਹ ਸੰਯੋਜਨ ਕਿਰਿਆ ਕਿਆ ਹੁੰਦੀ? ਹਾਂਜੀ ਬੇਟਾ ਹੁਣ ਆਪਾਂ ਅਗਲੀ ਕਿਰਿਆ ਪੜ੍ਹਨੀ ਆ। ਨੈਕਸਟ ਮੂਵ ਸੈਕੰਡ ਰਸਾਇਣਕ ਕਿਰਿਆ। ਉਹ ਪਤਾ ਹੈਗੀ ਆ ਅਪਘਟਨ ਕਿਰਿਆ। ਅਪਘਟਨ ਦਾ ਮਤਲਬ ਹੁੰਦਾ ਟੁੱਟਣਾ। ਹੁਣ ਅਸੀਂ ਜਿਹੜੀਆਂ ਉਦਾਹਰਨਾਂ ਲੈਂਦੇ ਆ ਅਪਘਟਨ ਕਿਰਿਆ ਦੀਆਂ, ਠੀਕ ਹੈ ਨਾ, ਸਭ ਤੋਂ ਆਮ ਕਿਰਿਆ ਆਪਾਂ ਜਿਹੜੀ ਪੜ੍ਹਦੇ ਆ ਉਹ ਹੈਗੀ ਦੇਖੋ ਕੈਲਸ਼ੀਅਮ ਕਾਰਬੋਨੇਟ CuCO3 ਜਦੋਂ ਅਸੀਂ ਇਹਨੂੰ ਗਰਮ ਕਰਦੇ ਆ। ਮੈਂ ਟਰਾਇੰਗਲ ਪਾਈ ਨਾ ਪੁੱਤ, ਟਰਾਇੰਗਲ ਦਾ ਮਤਲਬ ਹੁੰਦਾ ਗਰਮ ਕਰਨਾ। ਜਦੋਂ ਅਸੀਂ ਇਹਨੂੰ ਗਰਮ ਕਰਦੇ ਆ ਤਾਂ ਕੀ ਹੁੰਦਾ, ਇਹ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟ ਜਾਂਦਾ। ਇੱਕ ਉਦਾਹਰਨ ਹੀ ਹੋ ਗਈ। ਦੂਸਰੀ ਉਦਾਹਰਨ ਸਾਡੀ ਫਿਰ ਆਪਾਂ ਲੈਂਦੇ ਆ ਸਾਡੇ ਕੋਲ ਆਇਰਨ ਸਲਫੇਟ ਹੁੰਦਾ। ਆਇਰਨ ਸਲਫੇਟ ਨੂੰ ਅਸੀਂ ਗਰਮ ਕੀਤਾ। ਠੀਕ ਹੈ, ਗਰਮ ਕਰਨ ਤੇ ਕੀ ਹੋ ਗਿਆ, ਉਹ ਆਇਰਨ 2 ਆਕਸਾਈਡ, ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ ਵਿੱਚ ਟੁੱਟ ਜਾਂਦਾ। ਠੀਕ ਹੈ ਨਾ। ਦੇਖੋ ਇੱਧਰ ਕੀ ਇੱਕ ਚੀਜ਼ ਸੀ, ਇੱਧਰ ਦੋ ਬਣ ਗਈ, ਇੱਧਰ ਇੱਕ ਸੀ ਤਿੰਨ ਬਣ ਗਈਆਂ। ਹੁਣ ਆਪਾਂ ਦੇਖੋ ਹੋਇਆ ਕੀ ਇਹਦੇ ਵਿੱਚ, ਇਹ 'ਚ ਕੀ ਹੋ ਰਿਹਾ ਪੁੱਤ, ਇਹ ਰਸਾਇਣਕ ਉਹ ਰਸਾਇਣਕ ਕਿਰਿਆ ਜਿਸ ਵਿੱਚ ਇੱਕ ਅਭਿਕਾਰਕ ਜਾਂ ਯੌਗਿਕ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਵਿੱਚ ਟੁੱਟ ਜਾਂਦਾ ਹੈ, ਉਸ ਨੂੰ ਅਸੀਂ ਕਹਿੰਦੇ ਆ ਅਪਘਟਨ ਕਿਰਿਆ। ਸਮਝ ਲੱਗਿਆ? ਕੀ ਹੋਣਾ,
ਇਹਦੇ ਵਿੱਚ ਦੇਖੋ ਪਿੱਛੇ ਜੁੜ ਗਏ ਸੀਗੇ, ਦੋ ਚੀਜ਼ਾਂ ਜੁੜ ਕੇ ਇੱਕ ਬਣਾ ਰਹੀਆਂ ਸੀਗੀਆਂ। ਇੱਥੇ ਕੀ ਸੀ, ਇੱਕ ਤੋਂ ਜਾਂ ਦੋ ਪਦਾਰਥ ਬਣ ਰਹੇ, ਦੋ ਤੋਂ ਜ਼ਿਆਦਾ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਇੱਕ ਅਭਿਕਾਰਕ ਜਾਂ ਯੌਗਿਕ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਵਿੱਚ ਟੁੱਟ ਜਾਂਦਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਆ, ਅਪਘਟਨ ਕਿਰਿਆ ਕਹਿੰਦੇ ਹਨ। ਠੀਕ ਹੈ ਜੀ ਬੇਟਾ, ਹੁਣ ਇੱਕ ਯਾਦ ਰੱਖਣਾ ਸਪੈਸ਼ਲ ਨੋਟ ਆ। ਨੋਟ ਕੀ ਆ, ਸਾਡਾ ਪ੍ਰਸ਼ਨ ਵੀ ਆ, ਉਹ ਨੋਟ ਕੀ ਆ ਵੀ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਹਿੰਦੇ ਹਨ। ਕਿਉਂ ਉਲਟ ਕਹਿੰਦੇ ਆ, ਕਿਉਂਕਿ ਸੰਯੋਜਨ ਕਿਰਿਆ ਚ ਪੁੱਤ ਕੀ ਹੋਇਆ ਸੀਗਾ, ਸੰਯੋਜਨ ਕਿਰਿਆ ਚ ਕੀ ਹੋਇਆ ਸੀਗਾ, ਇਸ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ ਵਿੱਚ ਜੁੜ ਕੇ ਇੱਕ ਜਾਂ ਇੱਕ ਤੋਂ ਵੱਧ ਉਤਪਾਦ ਬਣਾਉਂਦੇ ਹਨ। ਹਾਂ, ਤੇ ਅਪਘਟਨ ਕਿਰਿਆ ਚ ਕੀ ਹੋ ਗਿਆ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਇੱਕ ਅਭਿਕਾਰਕ ਜਾਂ ਯੌਗਿਕ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਵਿੱਚ ਟੁੱਟ ਜਾਂਦਾ ਹੈ। ਹੋ ਗਿਆ ਨਾ ਉਲਟ, ਇੱਕ ਦੇ ਵਿੱਚ ਜੁੜ ਕੇ ਇੱਕ ਚੀਜ਼ ਬਣਦੀ ਆ, ਇੱਕ ਵਿੱਚ ਇੱਕ ਚੀਜ਼ ਟੁੱਟ ਕੇ ਦੋ ਜਾਂ ਦੋ ਤੋਂ ਜ਼ਿਆਦਾ ਪਦਾਰਥ ਜਾਂ ਉਤਪਾਦ ਬਣਦੇ। ਇਹਦਾ ਆਨਸਰ ਸਮਝ ਲੱਗ ਗਿਆ। ਜਿਹਨਾਂ ਨੂੰ ਪੁੱਛਣਾ ਵੀ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਿਉਂ ਕਹਿੰਦੇ ਹਨ, ਤਾਂ ਆਪਾਂ ਲਿਖ ਦੇਣਾ, ਕਿਉਂਕਿ ਅਪਘਟਨ ਕਿਰਿਆ ਵਿੱਚ ਇੱਕ ਪਦਾਰਥ ਜਾਂ ਇੱਕ ਯੌਗਿਕ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਵਿੱਚ ਟੁੱਟ ਜਾਂਦਾ ਹੈ, ਜਦੋਂ ਕਿ ਸੰਯੋਜਨ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ ਵਿੱਚ ਜੁੜ ਕੇ ਇੱਕ ਜਾਂ ਇੱਕ ਤੋਂ ਵੱਧ ਉਤਪਾਦ ਬਣਾਉਂਦੇ ਹਨ। ਇਸ ਲਈ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਆਪਾਂ ਕੀ ਕਹਿੰਦੇ ਆ, ਉਲਟ ਕਹਿੰਦੇ ਹਾਂ। ਪ੍ਰਸ਼ਨਵਾ ਦਾ ਆਨਸਰ ਜਦੋਂ ਮੈਂ ਆਪਾਂ ਤੁਹਾਨੂੰ ਭੇਜਾਂਗੇ ਤਾਂ ਉਹ ਚ ਤੁਹਾਨੂੰ ਸਮਝ ਲੈਣਾ ਵੀ ਕਿੱਥੋਂ ਆਨਸਰ ਆ ਗਿਆ। ਠੀਕ ਹੈ ਨਾ, ਕਿਉਂਕਿ ਨਾਲ ਨਾਲ ਪ੍ਰਸ਼ਨ ਵੀ ਕਰਨੇ ਆ, ਪਰ ਪ੍ਰਸ਼ਨ ਤੁਸੀਂ ਲਿਖਣੇ ਨਹੀਂ ਹਜੇ, ਤੁਹਾਨੂੰ ਮੈਂ ਭੇਜੂਗਾ ਸਾਰੇ ਪ੍ਰਸ਼ਨਾਂ ਦੇ ਉੱਤਰ। ਤੁਸੀਂ ਚੈਪਟਰ ਮੁੱਕ ਜਾਣਾ, ਨਾਲੇ ਆਪਾਂ ਪ੍ਰਸ਼ਨ ਕਰਾਂਗੇ, ਨਾਲੇ ਉੱਤਰ ਸਮਝਾਂਗੇ ਉਹਨਾਂ ਦੇ। ਸਮਝ ਲੱਗਿਆ ਉਹ ਤਾਂ ਅਪਘਟਨ ਕਿਰਿਆ। ਹਾਂ ਬੇਟਾ, ਹੁਣ ਕੀ ਆ, ਇਹਦੀ ਕਿਸਮਾਂ ਆ, ਅਪਘਟਨ ਕਿਰਿਆ ਦੀਆਂ ਕਿਸਮਾਂ। ਜਿਹੜੀ ਅਪਘਟਨ ਕਿਰਿਆ ਆ, ਇਹਦੀਆਂ ਕੁਝ ਕਿਸਮਾਂ ਹੁੰਦੀਆਂ। ਜਿਹੜੀ ਪਹਿਲੀ ਇਹਦੀ ਕਿਸਮ ਪੜ੍ਹਨੀ ਅਸੀਂ, ਉਹਨੂੰ ਬੇਟਾ ਬੋਲਦੇ ਆ ਤਾਪ ਅਪਘਟਨ ਕਿਰਿਆ। ਹੁਣ ਅਗਰ ਤੁਸੀਂ ਧਿਆਨ ਦਿਓ, ਜਿਹੜੀਆਂ ਦੋਨੋਂ ਕਿਰਿਆਵਾਂ ਹੋਈਆਂ, ਇਹ ਜਦੋਂ ਅਸੀਂ ਗਰਮ ਕੀਤਾ ਇਹਨਾਂ ਨੂੰ, ਉਸ ਲਈ ਇਹਨਾਂ ਦਾ ਅਪਘਟਨ ਹੋਇਆ। ਠੀਕ ਹੈ ਨਾ, ਪਤਾ ਇਹਨੂੰ ਬੋਲਦੇ ਆ ਤਾਪ ਅਪਘਟਨ ਕਿਰਿਆ। ਮਤਲਬ ਉਹ ਅਪਘਟਨ ਕਿਰਿਆ ਜਿਸ ਵਿੱਚ ਇੱਕ ਅਭਿਕਾਰਕ ਜਾਂ ਯੌਗਿਕ ਗਰਮ ਕਰਨ ਤੇ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਵਿੱਚ ਟੁੱਟ ਜਾਂਦਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਆ, ਤਾਪ ਅਪਘਟਨ ਕਿਰਿਆ। ਮਤਲਬ ਗਰਮੀ ਦਿੱਤੀ ਤਾਂ ਅਪਘਟਨ ਹੋਇਆ, ਨਹੀਂ ਦਿੱਤੀ ਹੋਰ ਕਿਸਮਾਂ ਕੀ ਆਪਾਂ ਗਾ ਪੜ੍ਹਦੇ ਆ। ਹੁਣ ਸਮਝ ਲੱਗੇ ਨਾ ਕੀ ਹੋਣੀ ਆ। ਤਾਪ ਅਪਘਟਨ ਕਿਰਿਆ ਕੀ ਆ, ਉਹ ਅਪਘਟਨ ਕਿਰਿਆ ਜਿਸ ਵਿੱਚ ਇੱਕ ਅਭਿਕਾਰਕ ਜਾਂ ਯੌਗਿਕ
गर्म करन ते दो जां दो तो वध उत्पादां विच टुट जाता है, उसनूं ताप अपघटन क्रिया कहते हैं। उदाहरण ਆਪਾਂ ਕੋਲ ਉੱਪਰ ਹੈਗੀ ਆ, ਕੈਲਸ਼ੀਅਮ ਕਾਰਬੋਨੇਟ ਨੂੰ ਜਦੋਂ ਅਸੀਂ ਗਰਮ ਕਰਦੇ ਆ ਤਾਂ ਇਹ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟ ਜਾਂਦਾ। ਸਮਝ ਲੱਗ ਗਿਆ? ਤਾਂ ਤਾਪ ਅਪਘਟਨ ਕਿਰਿਆ ਕੀ ਹੁੰਦੀ ਆ? ਮਤਲਬ ਗੁਰਵੀਰ ਸਿੰਘ ਹੋ ਗਿਆ ਆਪਾਂ ਦੇ ਕੋਲ, ਇਹ ਬੱਚੀ ਸੀਗੀ ਸੰਦੀਪ ਕੌਰ, ਨੇਹਾ। ਨੇਹਾ ਦਿਲਪ੍ਰੀਤ ਆਪਣਾ ਵੀਡੀਓ ਔਨ ਕਰੋ। ਆ ਬੱਚਾ ਕਿਹੜਾ ਆ? ਅਮਨ ਮਹਿਰਾ। ਅਮਨ ਮਹਿਰਾ ਸ਼ਕਲ ਦਾ ਹਾਲ, ਛਾਤਨਾ ਦਾ ਹਾਲ ਆਪਾਂ ਨੂੰ ਸ਼ੋ ਯੂਰ ਮਾਊਥ, ਮਤਲਬ ਫੇਸ ਦਿਖਾਓ। ਮਨੀਸ਼ਾ ਖੁਦ ਵੀਡੀਓ ਰੱਖਣਾ ਸਾਰਿਆਂ ਨੇ, ਕਿਸੇ ਦਾ ਵੀਡੀਓ ਆਫ ਨਹੀਂ ਚਾਹੀਦਾ। ਸਮਝ ਲੱਗ ਗਈ? तो दो क्रियावां अच्छी, ठीक है ना। अपघटन क्रिया फर्स्ट क्रिया हो गई ताप अपघटन क्रिया। बेटा दूसरी हुंदी हैगी आ, दूसरी जिहड़ी अपघटन क्रिया दी किस्म असीं पढ़नी आ, ਉਹਨੂੰ ਅਸੀਂ ਬੋਲਦੇ ਆ ਬਿਜਲਈ ਅਪਘਟਨ ਕਿਰਿਆ। ਕੀ ਕਹਿੰਦੇ ਆ? ਬਿਜਲਈ ਅਪਘਟਨ ਕਿਰਿਆ। ਬਿਜਲਈ ਅਪਘਟਨ ਕਿਰਿਆ ਦਾ ਮਤਲਬ ਕੀ ਆ? ਵੀ ਕੁਝ ਪਦਾਰਥ ਵਾ, ਜਿੱਦਾਂ ਪਾਣੀ ਆ ਸਾਡੇ ਕੋਲ, ਠੀਕ ਹੈ ਨਾ। ਅਸੀਂ ਪਾਣੀ, ਸਾਨੂੰ ਪਤਾ ਕਾਹਦਾ ਬਣਿਆ ਹੁੰਦਾ? ਪਤਾ ਕਿਸ ਨੂੰ ਪਾਣੀ ਕਾਹਦਾ ਬਣਿਆ? बोलो शाबाश बेटा। पानी काहदा बनिया? होर पानी दा फार्मूला पता सारिਆਂ ਨੂੰ? H2O मतलब पानी विच की हुंदा? हाइड्रोजन ते ऑक्सीजन। मतलब किसी पदार्थ, किसी यौगिक नूं बिजली लंघाण ते अपघटित ਕਰਨ ਦੀ ਕਿਰਿਆ ਨੂੰ ਅਸੀਂ ਬੋਲਦੇ ਆ ਬਿਜਲਈ अपघटन ਕਿਰਿਆ ਕਹਿੰਦੇ ਹਨ। मतलब ਜਦੋਂ ਅਸੀਂ ਕਿਸੇ ਪਦਾਰਥ ਵਿੱਚੋਂ ਯੌਗਿਕ, ਸਾਡੀ ਕਿਤਾਬ ਵਿੱਚ ਪਾਣੀ ਦਾ ਮੈਂਸ਼ਨ ਕੀਤਾ ਹੋਇਆ, ਹੋਰ ਵੀ ਯੌਗਿਕਾਂ ਦਾ ਬਿਜਲਈ ਅਪਘਟਨ ਹੁੰਦਾ। ਜਦੋਂ ਅਸੀਂ ਵੱਡੀ ਕਲਾਸ ਸਾਇੰਸ ਪੜ੍ਹੀ ਤੁਹਾਨੂੰ ਪਤਾ ਲੱਗ ਜਾਣਾ, ਠੀਕ ਹੈ ਨਾ। ਆਪਾਂ ਬੇਟਾ ਕੀ ਹੁੰਦਾ? ਸਾਡੇ ਕੋਲ ਪਾਣੀ ਹੁੰਦਾ। ਜਦੋਂ ਅਸੀਂ ਪਾਣੀ ਦੇ ਵਿੱਚੋਂ, ਅਸੀਂ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਅਸੀਂ ਪਾਣੀ ਚੋਂ ਹਾਈਡਰੋਜਨ ਤੇ ਆਕਸੀਜਨ ਨੂੰ ਵੱਖ ਕਰ ਲਈਏ। ਅਸੀਂ ਪਾਣੀ ਦੇ ਵਿੱਚੋਂ ਜਦੋਂ ਬਿਜਲੀ ਲਗਾਉਂਦੇ ਆ ਤਾਂ ਕੀ ਹੁੰਦਾ? ਇਹ ਹਾਈਡਰੋਜਨ ਅਤੇ ਆਕਸੀਜਨ ਵਿੱਚ ਟੁੱਟ ਜਾਂਦਾ, ਠੀਕ ਹੈ ਨਾ। ਜਦੋਂ ਪਾਣੀ ਵਿੱਚੋਂ ਬਿਜਲੀ ਧਾਰਾ ਗੁਜ਼ਾਰੀ ਜਾਂਦੀ ਹੈ ਤਾਂ ਪਾਣੀ ਹਾਈਡਰੋਜਨ ਅਤੇ ਆਕਸੀਜਨ ਗੈਸਾਂ ਵਿੱਚ ਟੁੱਟ ਜਾਂਦਾ ਹੈ। ਅਸੀਂ ਉਹਨੂੰ ਬੋਲਦੇ ਹਾਂ ਪਾਣੀ ਦਾ ਬਿਜਲਈ ਅਪਘਟਨ। ਇਹਨੂੰ ਆਪਾਂ ਅਲੱਗ ਤੌਰ ਤੇ ਪੜਾਂਗੇ, ਠੀਕ ਹੈ ਨਾ। ਪਾਣੀ ਦਾ ਬਿਜਲਈ ਅਪਘਟਨ ਜਿਹੜਾ ਆ ਉਹ ਸਾਡੇ ਕੋਲ ਸੈਪਰੇਟ ਤੌਰ ਤੇ ਪੜਾਂਗੇ, ਕਿੱਥੇ ਹਾਈਡਰੋਜਨ ਕਿੱਥੇ ਆਉਂਦੀ, ਆਕਸੀਜਨ ਕਿੱਥੇ, ਉਹਦੇ ਵੀ ਕੁਐਸਚਨ ਆਉਣਾ ਹੁੰਦਾ। ਸਮਝ ਲੱਗ ਗਿਆ? ਦੂਸਰੀ ਕਿਸਮ ਕਿਹੜੀ ਅਪਘਟਨ ਦੀ? ਉਹ ਹੈਗੀ ਆ ਬਿਜਲਈ ਅਪਘਟਨ ਕਿਰਿਆ। बेटा थर्ड जी किस्म हैगी आ, ठीक है ना। थर्ड किस्म जी हैगी आ, वो हुंदी आ प्रकाश अपघटन किरिया। मतलब की है, देखो कुछ पदार्थ वा, इस कुछ इहो जे पदार्थ वा
ਜਦੋਂ ਉਹਨਾਂ ਤੇ ਸੂਰਜ ਦੀ ਰੋਸ਼ਨੀ ਪੈਂਦੀ ਤਾਂ ਉਹਨਾਂ ਦਾ ਅਪਘਟਨ ਹੋ ਜਾਂਦਾ। ਇਹੋ ਜਿਹੀ ਅਪਘਟਨ ਕਿਰਨ ਨੂੰ ਅਸੀਂ ਕਹਿੰਦੇ ਆ ਪ੍ਰਕਾਸ਼ ਅਪਘਟਨ ਕਿਰਿਆ। ਠੀਕ ਹੈ ਨਾ। ਕੁਝ ਪਦਾਰਥ ਨੂੰ ਜਦੋਂ ਸੂਰਜ ਦੇ ਪ੍ਰਕਾਸ਼ ਵਿੱਚ ਰੱਖਿਆ ਜਾਂਦਾ ਹੈ ਤਾਂ ਉਹਨਾਂ ਦਾ ਅਪਘਟਨ ਹੋ ਜਾਂਦਾ ਹੈ। ਇਹਨੂੰ ਅਸੀਂ ਕਹਿੰਦੇ ਆ ਪ੍ਰਕਾਸ਼ ਅਪਘਟਨ ਕਿਰਿਆ। ਬੇਟਾ ਇਹਦੀ ਸਾਡਾ ਕੀ ਆ, ਆਪਾਂ ਦੇ ਕੋਲ ਕੁਝ ਪਦਾਰਥ ਦਾ ਸਿਲਵਰ ਕਲੋਰਾਈਡ AgCl, ਇਹਦੇ ਉੱਤੇ ਜਦੋਂ ਸੂਰਜ ਦਾ ਪ੍ਰਕਾਸ਼ ਪੈਂਦਾ ਤਾਂ ਕੀ ਹੁੰਦਾ, ਇਹ ਸਿਲਵਰ ਅਤੇ ਕਲੋਰੀਨ ਦੇ ਵਿੱਚ ਟੁੱਟ ਜਾਂਦਾ। ਠੀਕ ਹੈ ਨਾ। ਇੱਦਾਂ ਸਿਲਵਰ ਬਰੋਮਾਈਡ ਹੁੰਦਾ, ਇਹ ਤੇ ਵੀ ਜਦੋਂ ਸੂਰਜ ਦਾ ਪ੍ਰਕਾਸ਼ ਪੈਂਦਾ ਤਾਂ ਉਹ ਵੀ ਸਿਲਵਰ ਤੇ ਬਰੋਮੀਨ ਦੇ ਵਿੱਚ ਟੁੱਟ ਜਾਂਦਾ। ਬੇਟਾ ਬੇਸਿਕਲੀ ਯਾਦ ਰੱਖਣਾ ਵੀ ਜਿਹੜਾ ਪਦਾਰਥ ਹੁੰਦਾ ਉਹ ਟੁੱਟਦਾ ਕਾਹਦੇ ਵਿੱਚ ਆ, ਉਹ ਕਿਉਂਕਿ ਉਹ ਪਦਾਰਥ ਉਹਨਾਂ ਦਾ ਮਿਲ ਕੇ ਬਣਿਆ ਹੁੰਦਾ। ਜਿਹੜਾ ਵਾਟਰ ਵਾ ਉਹ ਬਣਿਆ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ। ਜਿਹੜਾ ਸਿਲਵਰ ਕਲੋਰਾਈਡ ਆ ਉਹ ਕਾਹਦਾ ਬਣਿਆ, ਉਹ ਸਿਲਵਰ ਤੇ ਕਲੋਰੀਨ ਤੋਂ ਮਿਲ ਕੇ ਬਣਿਆ ਹੁੰਦਾ। ਸਿਲਵਰ ਬਰੋਮਾਈਡ ਬਣਦਾ ਸਿਲਵਰ ਤੇ ਬਰੋਮੀਨ ਦਾ। ਮਤਲਬ ਕੋਈ ਵੀ ਪਦਾਰਥ ਟੁੱਟਦਾ ਕਾਹਦੇ ਵਿੱਚ, ਉਹਨੂੰ ਬਣਾਉਣ ਵਾਲੇ ਘਟਕਾਂ ਦੇ ਵਿੱਚ। ਠੀਕ ਹੈ ਨਾ। ਜਦੋਂ ਕੋਈ ਵੀ ਪਦਾਰਥ ਉਸ ਨੂੰ ਬਣਾਉਣ ਵਾਲੇ ਘਟਕਾਂ ਵਿੱਚ ਟੁੱਟ ਜਾਂਦਾ ਤਾਂ ਅਸੀਂ ਬੋਲਦੇ ਹਾਂ ਉਸ ਪਦਾਰਥ ਦਾ ਅਪਘਟਨ। ਠੀਕ ਹੈ ਨਾ। ਪਰ ਅਸੀਂ ਕਿਰਿਆ ਕਿਹੜੀ ਕਰ ਰਹੇ ਹਾਂ, ਅਪਘਟਨ ਕਿਰਿਆ। ਸਮਝ ਲੱਗੀ ਉਹ ਅਪਘਟਨ ਕਿਰਿਆ ਕੀ ਆ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਇੱਕ ਅਵਿਕਾਰਕ ਜਾਂ ਯੌਗਿਕ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਵਿੱਚ ਟੁੱਟ ਜਾਂਦਾ ਹੈ, ਉਸ ਨੂੰ ਅਪਘਟਨ ਕਿਰਿਆ ਕਹਿੰਦੇ ਹਨ। ਠੀਕ ਹੈ ਜੀ। ਫਿਰ ਬੇਟਾ ਦੀਆਂ ਕਿਸਮਾਂ ਆ ਗਈਆਂ ਅਪਘਟਨ ਕਿਰਿਆ ਦੀਆਂ। ਉਹ ਕਿਹੜੀ, ਤਾਪ ਅਪਘਟਨ ਕਿਰਿਆ, ਮਤਲਬ ਉਹ ਅਪਘਟਨ ਕਿਰਿਆ ਜਿਸ ਵਿੱਚ ਇੱਕ ਅਵਿਕਾਰਕ ਜਾਂ ਯੌਗਿਕ ਗਰਮ ਕਰਨ ਤੇ ਦੋ ਜਾਂ ਦੋ ਤੋਂ ਵੱਧ ਉਤਪਾਦਾਂ ਨੂੰ ਟੁੱਟਦਾ। ਗਰਮ ਕਰਨ ਟੁੱਟਦਾ ਉਹ ਤਾਪ ਅਪਘਟਨ ਕਿਰਿਆ। ਬਿਜਲੀ ਲਗਾਉਣ ਤੇ ਟੁੱਟਦਾ ਉਹ ਬਿਜਲੀ ਅਪਘਟਨ ਕਿਰਿਆ। ਸੂਰਜ ਦੇ ਪ੍ਰਕਾਸ਼ ਦੀ ਰੋਸ਼ਨੀ ਵਿੱਚ ਰੱਖਣ ਤੇ ਟੁੱਟਦਾ ਉਹ ਹੈਗਾ ਪ੍ਰਕਾਸ਼ ਅਪਘਟਨ ਕਿਰਿਆ। ਕਿਸ ਨੇ ਇੱਥੇ ਤੱਕ ਪੁੱਛਣਾ ਮੈਨੂੰ? ਅਮਨ ਮਹਿਰਾ ਤੇਰਾ ਵੀਡੀਓ ਆਨ ਨਹੀਂ ਹੋਇਆ ਹੈ ਜੀ। ਤੀਸਰੀ ਕਿਹੜੀ ਪੁੱਤ? ਹਾਂਜੀ, ਪ੍ਰਕਾਸ਼ ਅਪਘਟਨ ਕਿਰਿਆ। ਬੇਟਾ ਜਿਹੜੀ ਅਪਘਟਨ ਕਿਰਿਆ ਆ ਉਹ ਅਸਲ ਵਿੱਚ ਕੀ ਹੁੰਦੀ ਹੈ ਵੀ ਜਦੋਂ ਕਿਸੇ ਵੀ ਪਦਾਰਥ ਨੂੰ, ਜਿਹੜਾ ਕੋਈ ਵੀ ਪਦਾਰਥ ਹੁੰਦਾ ਜਦੋਂ ਉਹ ਆਪਣੀ ਉਹਨੂੰ ਬਣਾਉਣ ਵਾਲੇ ਘਟਕਾਂ 'ਚ ਟੁੱਟ ਜਾਵੇ ਉਹਨੂੰ ਅਸੀਂ ਕਹਿੰਦੇ ਆ ਅਪਘਟਨ ਕਿਰਿਆ। ਹੁਣ ਅਪਘਟਨ ਕਿਰਿਆ ਕਿਸ ਤਰ੍ਹਾਂ ਹੋਣੀ ਆ, ਸਾਡੀ ਕਿਤਾਬ ਦੇ ਵਿੱਚ ਜੋ ਮੈਂਸ਼ਨ ਕੀਤਾ ਉਹਦੇ ਮੁਤਾਬਕ ਹੀ ਜੇ ਤਾਂ ਅਸੀਂ ਕਿਸੇ ਪਦਾਰਥ ਨੂੰ ਗਰਮ ਕਰ ਦਈਏ ਤਾਂ ਟੁੱਟ ਜਾਣਾ, ਉਹਨੂੰ ਅਸੀਂ ਬੋਲਦੇ ਹਾਂ ਤਾਪ ਅਪਘਟਨ ਕਿਰਿਆ। ਉਦਾਹਰਨ ਕੀ ਹੈ, ਕੈਲਸ਼ੀਅਮ ਕਾਰਬੋਨੇਟ ਨੂੰ ਗਰਮ ਕਰ ਦਿਓ ਤੇ ਕੈਲਸ਼ੀਅਮ ਆਕਸਾਈਡ ਤੇ ਉਹ ਕਾਰਬਨ ਡਾਈਆਕਸਾਈਡ ਟੁੱਟ ਜਾਣਾ। ਠੀਕ ਹੈ। ਜਾਂ ਅਸੀਂ ਪਾਣੀ ਜਿਹੜਾ ਹੈਗਾ ਉਹ 'ਚ ਬਿਜਲੀ ਲੰਘਾ ਦਿਓ, ਠੀਕ ਹੈ ਨਾ, ਬਿਜਲੀ ਲੰਘਾ ਦਿਓ ਤਾਂ ਉਹ ਕੀ ਹੁੰਦਾ, ਹਾਈਡਰੋਜਨ ਤੇ ਆਕਸੀਜਨ ਵਿੱਚ ਟੁੱਟ ਜਾਂਦਾ। ਇਹਨੂੰ ਅਸੀਂ ਬੋਲਦੇ ਹਾਂ ਬਿਜਲਈ ਅਪਘਟਨ ਕਿਰਿਆ। ਤੀਸਰੀ ਕਿਸਮ ਦੀ ਪ੍ਰਕਾਸ਼ ਅਪਘਟਨ ਕਿਰਿਆ, ਇਹਨੂੰ ਅਸੀਂ ਬੋਲਦੇ ਹਾਂ ਫੋਟੋਲਾਈਸਿਸ। ਪ੍ਰਕਾਸ਼ ਅਪਘਟਨ ਕਿਰਿਆ 'ਚ ਕੀ ਹੁੰਦਾ ਵੀ ਜਦੋਂ ਕੁਝ ਪਦਾਰਥ ਹੈਗੇ ਆ, ਠੀਕ ਹੈ ਨਾ, ਜਿੱਦਾਂ ਸਾਡੇ ਕੋਲ ਸਿਲਵਰ ਕਲੋਰਾਈਡ ਹੈਗਾ ਉਹ ਚਿੱਟੇ ਰੰਗ ਦਾ ਹੁੰਦਾ, ਠੀਕ ਹੈ ਨਾ, ਜਾਂ ਸਾਡੇ ਕੋਲ ਸਿਲਵਰ ਬਰੋਮਾਈਡ ਹੁੰਦਾ, ਤੇ ਜਦੋਂ ਪਤਾ ਅਸੀਂ ਉਹਨਾਂ ਕੀ ਕਹਿੰਦਾ ਉਹਨਾਂ ਦਾ ਸੂਰਜ ਦੀ ਰੋਸ਼ਨੀ ਪੈਂਦੀ, ਜਦੋਂ ਵੀ ਇਹਨਾਂ ਪਦਾਰਥਾਂ ਦੇ ਸੂਰਜ ਦੀ ਰੋਸ਼ਨੀ ਪੈਂਦੀ ਆ ਤਾਂ ਕੀ ਹੁੰਦਾ ਆ, ਇਹਨਾਂ ਦਾ ਅਪਘਟਨ ਹੋ ਜਾਂਦਾ। ਕਦੋਂ ਹੁੰਦਾ, ਜਦੋਂ ਸੂਰਜ ਦੀ ਰੋਸ਼ਨੀ ਪਈ। ਅਦਰਵਾਈਜ਼ ਇਹਨੂੰ ਲਪੇਟ ਕੇ ਰੱਖਿਆ, ਕਾਲੇ ਕਾਗਜ਼ ਵਿੱਚ ਲਪੇਟ ਕੇ ਰੱਖਿਆ, ਸਾਂਭ ਕੇ ਰੱਖਿਆ, ਕੁਝ ਨਹੀਂ ਹੋਣਾ। ਜਿੱਦਾਂ ਹੀ ਸੂਰਜ ਦੀ ਰੋਸ਼ਨੀ ਪੈਣੀ ਤਾਂ ਇਹਦੇ ਉੱਤੇ ਕੀ ਉਹਨਾਂ ਨੇ ਸਿਲਵਰ ਤੇ ਕਲੋਰੀਨ ਦੇ ਵਿੱਚ ਟੁੱਟ ਜਾਣਾ। ਇਹਨੂੰ ਅਸੀਂ ਬੋਲਦੇ ਹਾਂ ਪ੍ਰਕਾਸ਼ ਅਪਘਟਨ ਕਿਰਿਆ। ਮਤਲਬ ਜਦੋਂ ਕੁਝ ਪਦਾਰਥ ਜਿਵੇਂ ਕਿ ਸਿਲਵਰ ਕਲੋਰਾਈਡ ਤੇ ਸਿਲਵਰ ਬਰੋਮਾਈਡ ਨੂੰ ਸੂਰਜ ਦੀ ਰੋਸ਼ਨੀ ਇਹਨਾਂ ਤੇ ਪੈਂਦੀ ਆ, ਇਹਨਾਂ ਦਾ ਕੀ ਹੋ ਜਾਂਦਾ ਹੈ,
ਇਹਨਾਂ ਨੂੰ ਬਣਾਉਣ ਵਾਲਿਆਂ ਦੇ ਵਿੱਚ ਅਪਘਟਨ ਹੋ ਜਾਂਦਾ। ਇਹ ਸਾਡਾ ਹੁੰਦਾ ਪ੍ਰਕਾਸ਼ ਅਪਘਟਨ ਕਿਰਿਆ। ਬੇਟਾ ਇਹ ਤਿੰਨੇ ਪੁਆਇੰਟ ਜਿਹੜੇ ਹੈਗੇ ਨਾ ਇਹ ਤੁਹਾਡਾ ਪ੍ਰਸ਼ਨ ਆ ਪਿੱਛੇ, ਮੈਂ ਤੁਹਾਨੂੰ ਤਾਂ ਕਰਾ ਰਿਹਾ ਨਾਲੋਂ ਨਾਲ ਕਿਉਂਕਿ ਸਾਡਾ ਪ੍ਰਸ਼ਨ ਵੀ ਨਾਲੋਂ ਨਾਲ ਕਵਰ ਹੋ ਰਿਹਾ। ਜਿਹੜਾ ਆਪਾਂ ਪਹਿਲਾਂ ਬੋਲਿਆ ਸੀ ਨਾ ਤੇ ਜਿਹੜੀ ਹੈਗੀ ਆ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਿਉਂ ਕਿਹਾ ਜਾਂਦਾ, ਉਹ ਸਾਡਾ ਅਭਿਆਸ ਦਾ ਪ੍ਰਸ਼ਨ ਸੀਗਾ 11ਵਾਂ। ਠੀਕ ਆ ਜੀ। ਜਿਹੜਾ ਹੁਣ ਮੈਂ ਤਾਂ ਦੱਸ ਕੇ ਹਟਿਆ ਤੁਹਾਨੂੰ, ਇਹ ਸਾਡਾ ਪ੍ਰਸ਼ਨ ਹੈਗਾ 12ਵਾਂ, ਅਭਿਆਸ ਦਾ ਪ੍ਰਸ਼ਨ ਨੰਬਰ 12। ਪਰ ਅਸੀਂ ਹਜੇ ਨਹੀਂ ਕਰਨਾ, ਆਪਾਂ ਤਾਂ ਬਾਅਦ ਦੇ ਵਿੱਚ ਕਰਾਂਗੇ। ਸਿੰਪਲ ਸਮਝ ਲੱਗ ਗਈ? ਅਗਰ ਤੁਹਾਨੂੰ ਪਤਾ ਸਮਝ ਲੱਗ ਜਾਵੇ ਨਾ, ਫਿਰ ਕੁਐਸਚਨ ਜਿਹੜੇ ਮਰਜ਼ੀ ਹੁਣ ਆਪਾਂ ਕਰ ਲੈਣੇ ਆ। ਅਪਘਟਨ ਕਿਰਿਆ ਸਮਝ ਲੱਗ ਗਈ ਤੁਹਾਨੂੰ ਪਤਾ? ਹਾਂ ਬੇਟਾ, ਹੁਣ ਨੈਕਸਟ ਜਿਹੜੀ ਥਰਡ ਕਿਸਮ ਆ, ਤੀਸਰੀ ਕਿਸਮ ਜਿਹੜੀ ਆ, ਉਹ ਧਿਆਨ ਦੇਣਾ। ਅਸੀਂ ਉਹਨੂੰ ਕਹਿੰਦੇ ਆ ਵਿਸਥਾਪਨ ਕਿਰਿਆ। ਦੇਖੋ ਬੇਟਾ, ਵਿਸਥਾਪਨ ਕਿਰਿਆ ਜਿਹੜੀ ਹੈਗੀ ਆ, ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਬੇਸਿਕ ਇਹਦਾ ਕਾਰਨ ਕੀ ਆ। ਵਿਸਥਾਪਨ ਕਿਰਿਆ ਦਾ ਮਤਲਬ ਹੁੰਦਾ ਇੱਕ ਪਦਾਰਥ ਦੇ ਵਿੱਚ ਕੁਝ ਪਦਾਰਥ ਹੈਗਾ ਆ, ਜਿੱਦਾਂ ਅਸੀਂ ਉਦਾਹਰਨ ਲੈਂਦੇ ਆ, ਆਪਾਂ ਕਲਾਸ ਵਿੱਚ ਬੈਠੇ ਆ, ਆਪਾਂ ਬੈਠਣਾ 2 ਜਣਿਆਂ ਨੇ ਆ, ਠੀਕ ਆ ਨਾ, ਇੱਕ ਤੀਜਾ ਹੋਰ ਬਹਿਣਾ ਚਾਹੁੰਦਾ ਸਾਡੇ ਨਾਲ, ਜਾਂ ਆਪਾਂ ਇਕੱਲੇ ਬੈਠੇ ਆ, ਮੈਂ ਮੂਹਰਲੀ ਸੀਟ ਤੇ ਬੈਠੇ ਆ, ਦੂਜਾ ਕਹਿੰਦਾ ਇਹ ਤਾਂ ਸੀਟ ਮੇਰੀ ਆ, ਉਹ ਕੀ ਕਰਦਾ ਆ, ਤੁਹਾਡੇ ਨਾਲ ਆ ਕੇ ਤੁਸੀਂ ਜ਼ੋਰ ਲਾਣੇ, ਤੁਸੀਂ ਬੈਠਣ ਨਹੀਂ ਦਿੰਦੇ। ਉਹ ਜੇ ਤਾਂ ਜ਼ੋਰ ਵਾਲਾ ਹੋਊਗਾ, ਉਹ ਤੂੰ ਕੀ ਕਰਦਾ, ਤੁਹਾਨੂੰ ਧੱਕਾ ਦੇ ਕੇ ਥੱਲੇ ਸਿੱਟ ਦਿੰਦਾ, ਆਪ ਤੁਹਾਡੀ ਉਹ ਜਗ੍ਹਾ ਲੈ ਲੈਂਦਾ। ਜਿੱਦਾਂ ਘਰ ਦੇ ਵਿੱਚ ਹੁੰਦਾ ਨਾ, ਭੈਣ ਭਰਾ ਕੇ ਕਹਿੰਦੇ ਵੀ ਆ ਚੀਜ਼ ਮੈਂ ਹੀ ਬਹਿਣਾ ਆ, ਧੱਕਾ ਮਾਰਦੇ ਇੱਕ ਦੂਜੇ ਨੂੰ, ਜਿਹਦਾ ਜ਼ੋਰ ਚੱਲ ਜਾਂਦਾ ਉਹ ਧੱਕਾ ਮਾਰ ਕੇ ਆਪ ਉਹਦੀ ਜਗ੍ਹਾ ਲੈ ਲੈਂਦਾ। ਇਹਨੂੰ ਕਹਿੰਦੇ ਵਿਸਥਾਪਨ ਕਿਰਿਆ। ਹੁਣ ਇਹ 'ਚ ਹੁੰਦਾ ਕੀ ਆ, ਇਹਨੂੰ ਆਪਣਾ ਸਮਝਣਾ ਧਿਆਨ ਦੇ ਨਾਲ। ਇਹਦੇ ਬਾਰੇ ਬੇਸਿਕ ਜਿਹੜਾ ਤੁਹਾਨੂੰ ਕਲੀਅਰ ਹੋਣਾ ਸੈਕੰਡ ਚੈਪਟਰ ਦੇ ਵਿੱਚ, ਠੀਕ ਆ। ਪਰ ਇਹਦੇ ਲਈ ਕੀ ਹੁੰਦਾ, ਇੱਕ ਆਪਾਂ ਉਦਾਹਰਨ ਨਾਲ ਸਮਝਣਾ ਇਹਨੂੰ, ਠੀਕ ਆ। ਉਦਾਹਰਨਾਂ ਤੁਸੀਂ ਲਿਖਣੀ ਨਹੀਂ ਹੈਗੀ, ਸਿਰਫ ਪਰਿਭਾਸ਼ਾ ਸਮਝਣੀ ਕੀ ਆ। ਬੇਟਾ ਦੇਖੋ ਕੀ ਆ, ਆਪਾਂ ਦੇ ਕੋਲ ਪ੍ਰੈਕਟੀਕਲ ਹੁੰਦਾ, ਆਪਾਂ ਕੀ ਕਰਨਾ, ਇਹ ਹੁਣ ਨਾਲੇ ਸਮਝ ਲਿਓ ਕਿਉਂਕਿ ਪੇਪਰ 'ਚ ਆਉਂਦਾ ਹੁੰਦਾ। ਆਪਾਂ ਕੀ ਕੀਤਾ, ਆਪਾਂ ਟੈਸਟ ਟਿਊਬ ਦੇ ਵਿੱਚ ਲਿਆ ਕਾਪਰ ਸਲਫੇਟ ਦਾ ਘੋਲ, ਇਹ ਸਾਡੇ ਕੋਲ ਆਉਂਦੀ ਪਰਖਣ ਵਾਲੀ, ਪ੍ਰੈਕਟੀਕਲ ਤੌਰ ਤੇ ਹੁੰਦਾ। ਇਹ ਸਾਡੇ ਕੋਲ ਜਿਹੜਾ ਘੋਲ ਹੈਗਾ, ਇਹ ਹੈਗਾ ਕਾਪਰ ਸਲਫੇਟ ਦਾ ਘੋਲ। ਬੇਟਾ ਇਹਦਾ ਰੰਗ ਨੀਲਾ ਹੁੰਦਾ। ਸ਼ਾਇਦ ਆਪਾਂ ਕਿਸੇ ਕਲਾਸ ਦੇ ਵਿੱਚ 7ਵੀਂ 'ਚ ਪ੍ਰੈਕਟੀਕਲ ਸ਼ਾਇਦ ਕੀਤਾ ਸੀਗਾ, ਆਪਾਂ ਕਾਪਰ ਸਲਫੇਟ ਘੋਲ ਕੁਝ ਲੋਹੇ ਦੀ ਮੇਖ ਪਾਈ ਸੀਗੀ, ਜੇ ਆਪਾਂ ਨੂੰ ਕੋਈ ਯਾਦ ਹੋਵੇ 7ਵੀਂ ਕਲਾਸ। 9ਵੀਂ ਦੇ ਵਿੱਚ ਵੀ ਸੀਗਾ, ਪਰ 9ਵੀਂ ਸਾਡੀ ਲੱਗੀ ਨਹੀਂ, ਇਸ ਕਰਕੇ ਇਹਦੇ ਵਿੱਚ ਪਤਾ ਕੀ ਕਰਨਾ, ਅਸੀਂ ਇਹਦੇ ਵਿੱਚ ਆਪਾਂ ਲੋਹੇ ਦੀ ਜਿਹੜੀ ਮੇਖ ਹੈਗੀ ਆ, ਉਹ ਧਾਗਾ ਬੰਨ ਕੇ ਲਟਕਾ ਦੇਣੀ, ਠੀਕ ਆ ਜੀ। ਲੋਹੇ ਦੀ ਮੇਖ ਜਿਹੜੀ ਆ, ਉਹ ਧਾਗਾ ਬੰਨ ਕੇ ਆਪਾਂ ਕੀ ਕਰਨਾ, ਲਟਕਾ ਦੇਣੀ। ਕੀ ਪਤਾ ਸੀ ਇਹਦੇ ਵਿੱਚ ਕਾਪਰ ਸਲਫੇਟ ਦਾ ਘੋਲ ਜਿਹੜਾ ਨੀਲਾ ਰੰਗ ਸੀਗਾ, ਉਹਦੇ ਵਿੱਚ ਅਸੀਂ ਕੀ ਕੀਤਾ, ਆਪਾਂ ਲੋਹੇ ਦੀ ਕਿੱਲ ਜਿਹੜੀ ਆ ਉਹ ਲਟਕਾ ਦਿੱਤੀ, ਠੀਕ ਆ ਨਾ। 5 10 15 20 ਮਿੰਟ ਬਾਅਦ ਆਪਾਂ ਕੀ ਦੇਖਦੇ ਆ, ਜਿਹੜਾ ਕਾਪਰ ਸਲਫੇਟ ਜਿਹੜਾ ਘੋਲ ਸੀਗਾ, ਉਹ ਕੀ ਜਿਹੜਾ ਘੋਲ ਸੀਗਾ, ਇਹ ਘੋਲ ਜਿਹੜਾ ਇਹਦਾ ਰੰਗ ਜਿਹੜਾ ਨੀਲਾ ਰੰਗ ਜਿਹੜਾ ਹੈਗਾ ਉਹ ਘਟ ਗਿਆ, ਮਤਲਬ ਉਹ ਕੀ ਹੋ ਗਿਆ, ਉਹ ਹਰੇ ਰੰਗ ਦਾ ਹੋ ਗਿਆ।
किहदे रंग का हो गया वो? हाँ, घोल का जिहड़ा रंग सीगा मतलब किरिया तो पहला जो असीं इहनूं मेख नूं बाहर कढना, फिर की कहना 10 मिनट बाद आपां की करना, इस मेख नूं बाहर कढ लेना। ਫਿਰ ਜਦੋਂ ਅਸੀਂ ਮੇਖ ਨੂੰ ਬਾਹਰ ਕੱਢ ਕੇ ਦੇਖਣਾ, ਆਪਾਂ ਕੀ ਦੇਖਣਾ ਵੀ ਇਸ ਮੇਖ ਦੇ ਉੱਤੇ ਜਿਹੜਾ ਆ ਉਹ ਭੂਰੇ ਰੰਗ ਦੀ ਇੱਕ ਪਰਤ ਜੰਮ ਜਾਣੀ। ਕਿਹੜੇ ਰੰਗ ਦੀ ਪਰਤ ਜੰਮਣੀ ਆ? ਭੂਰੇ ਰੰਗ ਦੀ ਪਰਤ। ਹੁਣ ਬੇਟਾ ਇਹਦਾ ਜਿਹੜਾ ਕਾਪਰ ਸਲਫੇਟ ਦਾ ਰੰਗ ਨੀਲਾ ਸੀ, ਘੋਲ ਜਿਹੜਾ ਸੀਗਾ ਇਹਦਾ ਰੰਗ ਜਿਹੜਾ ਉਹ ਨੀਲੇ ਤੋਂ ਹਰਾ ਹੋ ਗਿਆ। ਇਹਦਾ ਮਤਲਬ ਜਿਹੜਾ ਸੀਗਾ ਵੀ ਇਹ ਕਾਪਰ ਸਲਫੇਟ ਨਹੀਂ ਰਿਹਾ, ਠੀਕ ਹੈ ਨਾ। ਲੋਹੇ ਦੀ ਮੇਖ ਤੇ ਭੂਰੇ ਰੰਗ ਦੀ ਪਰਤ ਜੰਮ ਗਈ। ਭੂਰੇ ਰੰਗ ਦੀ ਪਰਤ ਕੀ ਹੁੰਦੀ ਆ? ਦੇਖੋ ਹੁਣ ਇਸ ਰਿਐਕਸ਼ਨ 'ਚ ਹੁੰਦਾ ਕੀ ਆ, ਇਹ 'ਚ ਹੋਇਆ ਕੀ, ਆਪਾਂ ਕੀ ਕੀਤਾ, ਕਾਪਰ ਸਲਫੇਟ ਜਿਹੜਾ ਸੀਗਾ ਉਹਦਾ ਜਲੀ ਘੋਲ ਲਿਆ, ਉਹਦੇ ਵਿੱਚ ਲੋਹੇ ਦੀ ਮੇਖ ਪਾ ਦਿੱਤੀ। ਕੁਝ ਸਮੇਂ ਬਾਅਦ ਕੀ ਹੋ ਗਿਆ, ਜਿਹੜਾ ਲੋਹਾ ਬਟਾ ਹੁੰਦਾ, ਲੋਹੇ ਨੇ ਕੀਤਾ ਕਾਪਰ ਨੂੰ ਉਹਦੇ ਘੋਲ ਚੋਂ ਬਾਹਰ ਕੱਢਤਾ। ਲੋਹੇ ਨੇ ਕੀਤਾ ਇਹਨੂੰ ਕਾਪਰ ਨੂੰ ਬਾਹਰ ਕੱਢਤਾ ਤੇ ਆਪ ਉਹਦੀ ਜਗ੍ਹਾ ਲੈ ਕੇ ਬਹਿ ਗਿਆ ਤੇ ਘੋਲ ਬਣ ਗਿਆ ਫੈਰਸ ਸਲਫੇਟ ਤੇ ਕਾਪਰ ਨੂੰ ਕੱਢ ਦਿੱਤਾ ਬਾਹਰ, ਠੀਕ ਹੈ ਨਾ। ਹੁਣ ਜਿਹੜਾ ਫੈਰਸ ਸਲਫੇਟ ਪੁੱਤ ਹੁੰਦਾ ਇਹਦਾ ਰੰਗ ਹੁੰਦਾ ਨੀਲਾ, ਸੌਰੀ ਹਰਾ। ਫੈਰਸ ਸਲਫੇਟ ਜਿਹੜਾ ਘੋਲ ਹੁੰਦਾ ਹੈ ਇਹਦਾ ਰੰਗ ਕੀ ਹੋ ਗਿਆ, ਕੁਝ ਸਮੇਂ ਬਾਅਦ ਇਹਦਾ ਘੋਲ ਦਾ ਰੰਗ ਕੀ ਹੋ ਜਾਣਾ ਆ, ਨੀਲੇ ਤੋਂ ਹਰਾ। ਕਿਉਂ ਹੋ ਗਿਆ? ਕਿਉਂਕਿ ਕਾਪਰ ਸਲਫੇਟ ਦਾ ਰੰਗ ਕੀ ਸੀਗਾ, ਨੀਲਾ, ਠੀਕ ਹੈ ਨਾ। ਪਰ ਕਾਪਰ ਸਲਫੇਟ ਰਿਹਾ ਨਹੀਂ, ਉਹ ਕੀ ਬਣ ਗਿਆ, ਫੈਰਸ ਸਲਫੇਟ। ਘੋਲ ਦਾ ਰੰਗ ਹਰਾ ਹੋ ਗਿਆ ਤੇ ਕਾਪਰ ਜਿਹੜਾ ਸੀਗਾ ਉਹ ਬਾਹਰ ਕੱਢਿਆ ਸੀ, ਉਹ ਕਿੱਥੇ ਚਲੇ ਗਿਆ, ਉਹ ਕਿੱਥੇ ਜਾਂਦਾ, ਉਹ ਲੋਹੇ ਦੀ ਮੇਖ ਦੇ ਉੱਤੇ ਉਹ ਜੰਮ ਗਿਆ, ਠੀਕ ਆ ਜੀ, ਸਮਝ ਲੱਗ ਗਈ ਬੇਟਾ। ਇਹਨੂੰ ਕਹਿੰਦੇ ਆ ਵਿਸਥਾਪਨ ਕਿਰਿਆ। ਹੁਣ ਕਾਪਰ ਨੂੰ ਲੋਹੇ ਨੇ ਕਿਉਂ ਬਾਹਰ ਕੱਢਤਾ? ਕਿਉਂਕਿ ਜਿਹੜਾ ਲੋਹਾ ਹੁੰਦਾ ਉਹ ਕਾਪਰ ਤੋਂ ਜ਼ਿਆਦਾ ਕਿਰਿਆਸ਼ੀਲ ਹੁੰਦਾ। ਇਹ ਹੁਣ ਕਿਰਿਆਸ਼ੀਲ ਜ਼ਿਆਦਾ ਕਿਉਂ, ਕੀ ਕਾਰਨ ਆ, ਇਹਦਾ ਅਸੀਂ ਆਨਸਰ ਲੱਭਾਂਗੇ ਚੈਪਟਰ ਨੰਬਰ 2 ਦੇ ਵਿੱਚ। ਉਹਦੇ ਵਿੱਚ ਅਸੀਂ ਇੱਕ ਕਿਰਿਆਸ਼ੀਲਤਾ ਲੜੀ ਪੜਨੀ ਆ, ਜਿਹਦੇ ਵਿੱਚ ਸਾਨੂੰ ਪਤਾ ਲੱਗਣਾ ਵੀ ਕਿਹੜਾ ਤੱਤ ਜ਼ਿਆਦਾ ਕਿਰਿਆਸ਼ੀਲ, ਕਿਹੜਾ ਘੱਟ ਕਿਰਿਆਸ਼ੀਲ ਆ। ਪਰ ਸਿੰਪਲ ਆਪਾਂ ਇੰਨੀ ਹੁਣ ਗੱਲ ਯਾਦ ਰੱਖਣੀ ਆ ਕਿ ਵਿਸਥਾਪਨ ਕਿਰਿਆ ਕੀ ਹੁੰਦੀ ਆ, ਉਹ ਰਸਾਇਣਿਕ ਕਿਰਿਆ ਦਿਲਪ੍ਰੀਤ ਸਿੰਘ ਜੀ ਵੀਡੀਓ ਔਨ ਕਰੋ। ਅਮਨ ਮਹਿਰਾ ਵੀਡੀਓ ਔਨ। ਉਹ ਰਸਾਇਣਿਕ ਕਿਰਿਆ ਬੋਲੋ। ਅਮਨ ਮਹਿਰਾ ਮੇਰੇ ਪਿੱਛੇ ਬੋਲ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਵੱਧ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਤੱਤ ਨੂੰ ਉਸ ਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ, ਉਸ ਨੂੰ ਕੀ ਕਹਿੰਦੇ ਆ, ਉਸ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਨ। ਸਮਝ ਲੱਗੀ ਵਿਸਥਾਪਨ ਕਿਰਿਆ ਪੁੱਤ ਕੀ ਹੁੰਦੀ ਆ? ਹਾਂਜੀ ਬੇਟਾ, ਕਿਸੇ ਨੂੰ ਨਹੀਂ ਸਮਝ ਲੱਗਿਆ, ਮਤਲਬ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਪੇਪਰ 'ਚ ਕੁਐਸਚਨ ਆ ਜਾਂਦਾ ਹੁੰਦਾ ਤੇ ਹੇਠਾਂ ਦਿੱਤੀ ਰਸਾਇਣਿਕ ਕਿਰਿਆ ਵਿੱਚ ਕਿਹੜੀ, ਮਤਲਬ ਚਿੱਤਰ ਵਿੱਚ ਕਿਹੜੀ ਰਸਾਇਣਿਕ ਕਿਰਿਆ ਦਿਖਾਈ ਗਈ ਆ। ਦੇਖੋ ਕੀ ਆ, ਪਰਖਣ ਵਾਲੀ ਧਾਗਾ, ਕਾਪਰ ਸਲਫੇਟ ਦਾ ਘੋਲ, ਲੋਹੇ ਦੀਆਂ ਮੇਖਾਂ। ਪੁੱਤ ਕਿਹੜੀ ਕਿਰਿਆ ਹੋ ਰਹੀ ਇਹਦੇ ਵਿੱਚ? ਵਿਸਥਾਪਨ ਕਿਰਿਆ। ਤੇ ਨਾਲ ਤੁਹਾਨੂੰ ਪੁੱਛਿਆ ਜਾਣਾ ਤੇ ਇਸ ਕਿਰਿਆ ਦੇ ਫਲ ਸਰੂਪ ਘੋਲ ਦਾ ਰੰਗ ਕਿਸ ਬਾਅਦ ਵਿੱਚ ਕਿਸ ਤਰ੍ਹਾਂ ਦਾ ਹੋ ਜਾਂਦਾ? ਕਿਹੜਾ ਰੰਗ ਹੋ ਜਾਣਾ ਇਹਦਾ? ਹਲਕਾ ਹਰਾ।
ठीक है ना। ਆਪਾਂ ਕੀ ਕਹਾਂਗੇ ਹਲਕਾ ਹਰਾ ਰੰਗ ਹੋ ਜਾਣਾ ਤੇ ਨਾਲ ਤੁਹਾਨੂੰ ਪੁੱਛਿਆ ਜਾਂਦਾ ਕਿ ਲੋਹੇ ਦੀ ਮੇਖਾਂ ਉੱਤੇ ਹਲਕੇ ਭੂਰੇ ਰੰਗ ਦੀ ਪਰਤ ਕਿਸ ਤੱਤ ਦੀ ਹੁੰਦੀ ਹੈ। ਕੀ ਜੰਮ ਜਾਂਦਾ ਉਹਨਾਂ ਦੇ ਉੱਤੇ? ਲੋਹੇ ਦੀ ਮੇਖ ਦੀ ਹਲਕੇ ਭੂਰੇ ਰੰਗ ਦੀ ਪਰਤ ਜਿਹੜੀ ਕਾਦੀ ਆ ਉਹ ਬੇਟਾ ਉਹ ਹੈਗੀ ਆ ਕਾਪਰ ਦੀ, ਜਾਂ ਉਹਨੂੰ ਆਪਾਂ ਤਾਂਬਾ ਕਹਿ ਦਿੰਦੇ ਆ। ਠੀਕ ਆ ਜੀ, ਸਮਝ ਲੱਗ ਗਈ। ਹਲਕੇ ਭੂਰੇ ਰੰਗ ਦੀ ਪਰਤ ਜੰਮਦੀ ਉਹ ਕਿਹਦੀ? ਕਾਪਰ ਦੀ। ਉਹ ਕਾਪਰ ਨੂੰ ਬਾਹਰ ਕੱਢਤਾ ਨਾ ਉਹਨੇ। ਇੱਕ ਲੋਹੇ ਨੇ ਕੀ ਕੀਤਾ, ਕਾਪਰ ਨੂੰ ਉਹਦੇ ਵਿੱਚੋਂ ਬਾਹਰ ਕੱਢ ਕੇ ਉਹਦੀ ਆਪ ਜਗ੍ਹਾ ਲੈ ਕੇ ਬਹਿ ਗਿਆ। ਤੇ ਕਾਪਰ ਵੀ ਆਦਾ ਕਿਉਂ? ਕਾਪਰ ਦੇਖਿਆ ਨਾ ਤਾਂਬਾ ਭੂਰੇ ਰੰਗ ਦਾ ਹੁੰਦਾ ਆ, ਤੇ ਉਹ ਤਾਂਬਾ ਕਿੱਥੇ ਜੰਮਦਾ? ਲੋਹੇ ਦੀ ਮੇਖ ਦੇ ਉੱਤੇ ਉਹ ਜੰਮ ਗਿਆ। ਕਲੀਅਰ ਹੋ ਗਿਆ ਪੁੱਤੇ ਤੁਹਾਨੂੰ ਵਿਸਥਾਪਨ ਕਿਰਿਆ? ਹਾਂ ਬੋਲੋ। ਦਿਲਪ੍ਰੀਤ ਸਿੰਘ, ਵਿਸਥਾਪਨ ਕਿਰਿਆ ਕਿਆ ਹੁੰਦੀ ਆ? ਇੱਕ ਮਿੰਟ, ਦਿਲਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਵੀਡੀਓ ਔਨ ਨਹੀਂ ਕੀਤਾ। ਪਾਣੀ ਦੇ ਮੈਨੂੰ, ਮਿਕਸ ਦੇ ਦੇ। ਦਿਲਪ੍ਰੀਤ ਸਿੰਘ, ਵਿਸਥਾਪਨ ਕਿਰਿਆ ਕਿਆ ਹੁੰਦੀ? ਇਹਦੇ ਵਿੱਚ ਪਹਿਲਾਂ ਲਵਪ੍ਰੀਤ ਵੀ ਆਇਆ ਸੀ, ਪਹਿਲਾਂ ਮੈਨੂੰ ਲੱਗਦਾ ਸ਼ੁਰੂ ਚ ਲਵਪ੍ਰੀਤ ਵੀ ਆਇਆ ਸੀਗਾ। ਸੰਦੀਪ ਕੌਰ, ਆਪਾਂ ਕੋ ਗੁਰਵੀਰ ਸਿੰਘ ਆ ਗਿਆ, ਤਲਵੀਰ ਸਿੰਘ ਨੇ ਵੀਡੀਓ ਔਨ ਕੀ ਆਫ ਕੀਤਾ। ਤਲਵੀਰ ਵੀਡੀਓ ਔਨ ਕਰੋ, ਵੀਡੀਓ ਔਨ ਰੱਖੋ ਬੇਟਾ। ਮੇਰੇ ਕੋਲ ਪੜ੍ਹਨੇ ਵਾਲਾ ਬੇਸ਼ੱਕ ਇੱਕ ਬੱਚਾ ਆ ਜਾਏ, ਮੈਂ ਉਹਨੂੰ ਪੜ੍ਹਾਉਣਾ। ਠੀਕ ਆ, ਮੈਨੂੰ ਲੋੜ ਹੈਗੀ ਪੜ੍ਹਨ ਵਾਲਿਆਂ ਦੀ। 80 ਜਣੇ ਤੁਸੀਂ ਪਤਾ ਤੁਹਾਡੀ ਕਲਾਸ ਵਿੱਚ 80 82 ਨਿਆਣੇ ਹੋਏ ਹੋ ਆ। 80 ਨਿਆਣੇ ਹੋ ਗਏ, ਔਰ 80 ਦੇ ਵਿੱਚੋਂ ਸਾਡੇ ਕੋਲ ਘੱਟੋ ਘੱਟ 60 ਬੱਚੇ ਪੰਜਾਬੀ ਮੀਡੀਅਮ ਦੇ ਆ। ਔਰ ਦੇਖੋ ਕਲਾਸ 'ਚ ਕਿੰਨੇ ਆਏ ਹੋ ਆਪਣੇ ਕੋਲ। ਠੀਕ ਹੈ ਨਾ। ਜੇ ਤੁਸੀਂ ਕਲਾਸ 'ਚ ਆਏ ਆ ਤਾਂ ਬੇਟਾ ਕਲਾਸ ਦਾ ਫਾਇਦਾ ਲੈ ਲਓ। ਬੋਲੋ ਵੀ ਸਥਾਪਨ ਕਿਰਿਆ ਕਿਆ ਹੁੰਦੀ ਹੈ? ਵੀਡੀਓ ਔਨ ਰੱਖੋ, ਨਹੀਂ ਤਾਂ ਛੱਡ ਦੋ, ਲੀਵ ਕਰ ਜਾਓ। ਠੀਕ ਆ, ਮੇਰੇ ਕੋਲ ਪੜ੍ਹਨੇ ਵਾਲੇ ਹੈਗੇ 2-4 ਬੱਚੇ। ਹਾਂਜੀ, ਹਾਂ। ਔਰ ਸਿਆਣੇ ਕਿਰਿਆ ਜਿਸ ਵਿੱਚ ਵੱਧ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਤੱਤ ਨੂੰ ਉਹਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰਨਾ। ਉਦਾਹਰਨ ਕੀ ਹੋਊਗੀ? ਕਾਪਰ ਸਲਫੇਟ ਦੀ ਹੈ ਬੇਟਾ ਉਦਾਹਰਨ। ਇੱਕ ਉਦਾਹਰਨ ਸਾਡੇ ਕੋਲ ਜਿਹੜੀ ਹੈਗੀ ਆ ਉਹ ਕੀ ਹੈ? ਜ਼ਿੰਕ, ਜ਼ਿੰਕ ਵੀ ਜਿਹੜਾ ਹੈਗਾ ਉਹ ਜ਼ਿੰਕ ਕਾਪਰ ਨੂੰ ਉਹਦੇ ਘੋਲ ਚੋਂ ਬਾਹਰ ਕੱਢ ਦਿੰਦਾ, ਕਿਉਂਕਿ ਜ਼ਿੰਕ ਵੀ ਜਿਹੜਾ ਹੈਗਾ ਉਹ ਵੱਧ ਕਿਰਿਆਸ਼ੀਲ ਹੁੰਦਾ। ਮਤਲਬ ਆਪਾਂ ਜਦੋਂ ਤੁਹਾਨੂੰ ਇਹ ਤੁਸੀਂ ਨੋਟ ਕਰ ਚੁੱਕੇ ਆ, ਵੈਸੇ ਮੈਂ ਫਿਰ ਵੀ ਤੁਹਾਨੂੰ ਭੇਜ ਦਊਂਗਾ। ਤੁਸੀਂ ਪਹਿਲਾਂ ਪਰਿਭਾਸ਼ਾ ਲਿਖਣੀ ਆ, ਫਿਰ ਉਦਾਹਰਨ ਇਹ ਲਿਖਣੀ, ਉਦਾਹਰਨ ਲਿਖਣੀ ਆ। ਠੀਕ ਹੈ, ਇਹ ਉਦਾਹਰਨਾਂ ਆ ਤੁਹਾਨੂੰ ਸਮਝਣ ਵਾਸਤੇ ਸੀਗਾ, ਕਿਉਂਕਿ ਇਹ ਪੇਪਰ ਦੇ ਵਿੱਚ ਆਉਂਦਾ ਹੁੰਦਾ। ਤੇ ਭੂਰੇ ਰੰਗ ਦੀ ਪਰਤ ਜਿਹੜੀ ਆ ਉਹ ਕਾਦੀ ਹੁੰਦੀ ਆ? ਉਹ ਤਾਂਬੇ ਦੀ ਹੁੰਦੀ, ਕਾਪਰ ਦੀ ਹੁੰਦੀ ਆ। ਠੀਕ ਹੈ, ਘੋਲ ਦਾ ਰੰਗ ਨੀਲੇ ਤੋਂ ਕਿਸ ਤਰ੍ਹਾਂ ਕੀ ਹੋ ਜਾਂਦਾ ਆ? ਹਰਾ ਹੋ ਜਾਂਦਾ। ਕਿਉਂ ਹੋ ਜਾਂਦਾ? ਕਿਉਂਕਿ ਹਰਾ ਕੀ ਬਣ ਜਾਂਦਾ? ਫਿਰ ਕੀ ਬਣ ਜਾਂਦਾ? ਉਹ ਆਇਰਨ ਸਲਫੇਟ, ਮਤਲਬ ਫੈਰਸ ਆਇਆ ਪਹਿਲਾਂ ਕਾਪਰ ਸਲਫੇਟ ਆ। ਇਹ ਆਇਰਨ ਸਲਫੇਟ ਹੁੰਦਾ, ਇਹਨੂੰ ਅਸੀਂ ਆਪਾਂ ਕਹਿੰਦੇ ਆ ਫੈਰਸ ਸਲਫੇਟ ਵੀ ਕਹਿ ਦਿੰਦੇ ਆ ਅਸੀਂ। ਫੈਰਸ ਸਲਫੇਟ ਇਹ ਹੁੰਦਾ, ਕਾਪਰ ਸਲਫੇਟ। ਉਹ ਪੈਨ ਦਿਓ, ਦੋਵੇਂ ਮੁੱਕ ਗਏ। ਠੀਕ ਹੈ ਪੁੱਤ, ਇਹ ਸਮਝ ਲੱਗ ਗਈ ਵਿਸਥਾਪਨ ਕਿਰਿਆ। ਹਾਂ, ਤਿੰਨ ਕਿਸਮਾਂ ਹੋ ਗਈਆਂ ਸਾਡੀਆਂ ਬੇਟਾ। ਚੌਥੀ ਕਿਸਮ ਜਿਹੜੀ ਅਸੀਂ ਪੜ੍ਹਨੀ ਆ, ਅਗਰ ਕਿਸੇ ਨੇ ਵਿੱਚ ਜਾਣਾ ਹੁੰਦਾ ਤਾਂ ਬੇਸ਼ੱਕ ਛੱਡ ਦਿਆ ਕਰੋ। ਠੀਕ ਹੈ ਨਾ, ਤੇ ਕੋਈ ਗੱਲ ਨਹੀਂ ਜੀ, ਬਹੁਤ ਪੜ੍ਹ ਲਿਆ ਅੱਜ ਤਾਂ ਅਸੀਂ ਪੈਂਦੇ ਹੀ ਮੈਨੂੰ ਉਹ ਦੋਵੇਂ ਮੁੱਕ ਗਏ। ਆ ਸਮਝ ਲੱਗ ਗਈ ਵਿਸਥਾਪਨ ਕਿਰਿਆ। ਅਪਘਟਨ ਕਿਰਿਆ 3 ਤਰ੍ਹਾਂ ਦੀ ਹੁੰਦੀ। ਕਿਹੜੀ ਕਿਹੜੀ ਹੁੰਦੀ ਆ? ਹਾਂ, ਪ੍ਰਕਾਸ਼ ਅਪਘਟਨ ਕਿਰਿਆ। ਠੀਕ ਹੈ ਜੀ, ਮੈਂ ਤੁਹਾਨੂੰ ਆਪਾਂ ਦਿਖਾਈ ਦਿੰਦਾ, ਥੋੜਾ ਜਿਹਾ ਦੇਖੋ ਧਿਆਨ ਦੇ ਨਾਲ ਬੇਟਾ। ਆ ਜਿਹੜੀ ਹੈ ਨਾ ਕਿਰਿਆ ਆ, ਆਹ ਦੇਖੋ, ਆ ਦਿਖ ਰਹੀ ਤੁਹਾਨੂੰ? ਸੂਰਜ ਦਾ ਪ੍ਰਕਾਸ਼, ਚੀਨੀ ਦੀ ਥੱਲੇ ਲਿਖਿਆ ਨਾ ਸਿਲਵਰ ਕਲੋਰਾਈਡ। ਠੀਕ ਹੈ ਨਾ। ਅਗਰ ਇਹ ਜਿਹੜੀ ਆ ਰਿਐਕਸ਼ਨ ਹੋਵੇ ਤੁਹਾਨੂੰ
ਆ ਤੁਹਾਨੂੰ ਬਣੀ ਆਵੇ ਤੇ ਕਿਹੜੀ ਅਪਘਟਨ ਕਿਰਿਆ ਇਹ ਆ ਜਿਹੜਾ ਹਾਂ ਪ੍ਰਕਾਸ਼ ਅਪਘਟਨ ਕਿਰਿਆ ਪੁੱਤ ਦਿਖਾਈ ਗਈ ਆ। ਠੀਕ ਆ ਜੀ। ਉਹ ਤੋਂ ਬਾਅਦ ਅਸੀਂ ਚਲੋ ਕੁਝ ਹੋਰ ਕਰਾਂਗੇ, ਉਹ ਬਾਅਦ ਚ ਦੇਖੀ ਜਾਊਗੀ। ਨੈਕਸਟ ਬੇਟਾ ਜਿਹੜੀ ਸਾਡੀ ਅਗਲੀ ਕਿਸਮ ਹੈਗੀ ਆ, ਨੈਕਸਟ ਬੇਟਾ ਇਹਦੇ ਵਿੱਚ ਹੈਗਾ ਸਾਡੇ ਕੋਲ 4th ਕਿਸਮ ਸਾਡੀ ਉਹ ਹੈਗਾ ਦੂਰਾ ਵਿਸਥਾਪਨ ਕਿਰਿਆ। ਮਤਲਬ ਵਿਸਥਾਪਨ ਪਹਿਲਾਂ ਸੀਗਾ ਉਹ ਕੱਲੀ ਵਿਸਥਾਪਨ ਕਿਰਿਆ। ਠੀਕ ਹੈ, ਹੁਣ ਅਸੀਂ ਪੜ੍ਹਨਾ ਹੈਗਾ ਦੂਰਾ ਵਿਸਥਾਪਨ ਕਿਰਿਆ। ਇਹਨੂੰ ਪਤਾ ਪਹਿਲਾਂ ਕਿਰਿਆ ਕੀ ਹੁੰਦੀ ਆ, ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਇੱਕ ਰਿਐਕਸ਼ਨ ਲਿਖਦੇ ਆ। ਦੇਖੋ ਇਹ ਕੀ ਹੈਗਾ, ਆਪਾਂ ਦੇ ਕੋਲ ਸੋਡੀਅਮ ਸਲਫੇਟ, ਜਦੋਂ ਸੋਡੀਅਮ ਸਲਫੇਟ ਅਤੇ ਬੇਰੀਅਮ ਕਲੋਰਾਈਡ ਦੋਨਾਂ ਦੇ ਜਲੀ ਘੋਲ ਹੁੰਦੇ ਆ, ਮਤਲਬ ਦੋਨਾਂ ਨੂੰ ਅਸੀਂ ਪਾਣੀ 'ਚ ਘੋਲਿਆ ਹੋਇਆ, ਜਦੋਂ ਅਸੀਂ ਦੋਨਾਂ ਨੂੰ ਮਿਕਸ ਕਰ ਦਿੰਦੇ ਇੱਕ ਦੂਜੇ ਨੂੰ। ਠੀਕ ਹੈ ਨਾ, ਆ ਦੇਖੋ ਧਿਆਨ ਦਿਓ, ਤੁਹਾਨੂੰ ਦਿਖਾਣਾ ਮੈਂ। ਆਪਾਂ ਦੇ ਕੋਲ ਕੀ ਆ, ਸੋਡੀਅਮ ਸਲਫੇਟ ਤੇ ਬੇਰੀਅਮ ਕਲੋਰਾਈਡ ਜਿਹੜਾ ਹੈਗਾ, ਇਹਨਾਂ ਦੇ ਦੋਨਾਂ ਨੂੰ ਅਸੀਂ ਪਾਣੀ 'ਚ ਘੋਲਿਆ ਹੋਇਆ। ਜਦੋਂ ਅਸੀਂ ਦੋਨਾਂ ਨੂੰ ਮਿਕਸ ਕਰ ਦਈਏ ਵੀ ਸੋਡੀਅਮ ਸਲਫੇਟ ਤੇ ਬੇਰੀਅਮ ਸਲਫੇਟ ਅਸੀਂ ਮਿਕਸ ਕਰ ਦਿੰਦੇ ਆ ਬੇਟਾ, ਕੀ ਹੁੰਦਾ ਜਿਹੜਾ ਇਹ ਘੋਲ ਦੇ ਵਿੱਚ ਕੀ ਹੁੰਦਾ, ਇੱਕ ਥੱਲੇ ਨਾ ਇੱਕ ਦਹੀਂ ਵਰਗਾ ਪਦਾਰਥ ਬਣ ਜਾਂਦਾ ਕੁਝ ਦੇਰ ਬਾਅਦ। ਉਹ ਕੀ ਹੁੰਦਾ ਆ ਤੇ ਬਾਕੀ ਕੀ ਬਚਿਆ ਉਹ ਆਪਾਂ ਦੇਖਦੇ ਹਾਂ ਕੀ ਹੁੰਦਾ। ਮਤਲਬ ਕਿ ਜਦੋਂ ਆਪਾਂ ਕੀ ਕੀਤਾ, ਸੋਡੀਅਮ ਸਲਫੇਟ ਅਤੇ ਬੇਰੀਅਮ ਕਲੋਰਾਈਡ ਜਿਹੜੇ ਜਲੀ ਘੋਲ ਸੀਗੇ ਉਹਨਾਂ ਨੂੰ ਅਸੀਂ ਮਿਕਸ ਕਰਦੇ ਆ ਇੱਕ ਦੂਜੇ ਦੇ ਨਾਲ, ਤਾਂ ਸਾਡੇ ਕੋਲ ਕੀ ਹੁੰਦਾ, ਬੇਰੀਅਮ ਸਲਫੇਟ ਜਿਹੜਾ ਹੈਗਾ ਉਹਦਾ ਅਵਖੇਪ ਬਣ ਜਾਂਦਾ, ਮਤਲਬ ਦਹੀਂ ਵਰਗੀ ਚੀਜ਼ ਬਣ ਜਾਂਦੀ, ਤੇ ਨਾਲ ਬਣਿਆ ਸਾਡੇ ਕੋਲ ਸੋਡੀਅਮ ਕਲੋਰਾਈਡ ਦਾ ਜਲੀ ਘੋਲ। ਹੁਣ ਆਪਾਂ ਕਹਿਣਾ ਜੀ ਇੱਥੇ ਤਾਂ ਕੋਈ ਕੀ ਫਰਕ ਪਿਆ ਬੇਟਾ, ਇੱਥੇ ਧਿਆਨ ਦਿਓ ਤੁਸੀਂ, ਅਗਰ ਧਿਆਨ ਦੋਗੇ ਤਾਂ ਇਹਦੇ ਵਿੱਚ ਜਿਹੜਾ ਸਾਡੇ ਕੋਲ ਇਹ ਜਿਹੜਾ ਸੋਡੀਅਮ ਇਹ ਸਲਫੇਟ ਵਾ, ਬੇਰੀਅਮ ਜਾਂ ਕਲੋਰੀਨ ਵਾ, ਇਹ ਬੇਟਾ ਸਾਡੇ ਕੋਲ ਸਾਰੇ ਆਇਨ ਹੁੰਦੇ ਆ। ਕੀ ਹੁੰਦੇ ਆ ਇਹ? ਆਇਨ। ਅਗਰ ਅਸੀਂ ਬੇਰੀਅਮ ਦੀ ਗੱਲ ਕਰੀਏ ਤਾਂ ਬੇਰੀਅਮ ਹੁੰਦਾ Ba2+, ਜਿਹੜਾ Na ਹੁੰਦਾ ਇਹ ਹੁੰਦਾ 1+, ਜਿਹੜਾ ਕਲੋਰੀਨ ਹੁੰਦਾ ਇਹ ਹੁੰਦਾ Cl ਨੈਗੇਟਿਵ, ਜਿਹੜਾ ਸਲਫੇਟ ਹੁੰਦਾ SO4 ਹੁੰਦਾ 2-। ਠੀਕ ਹੈ ਨਾ, ਇਹਨੂੰ ਅਸੀਂ ਬੋਲਦੇ ਆ ਬੇਰੀਅਮ ਆਇਨ, ਇਹਨੂੰ ਅਸੀਂ ਬੋਲਦੇ ਆ ਬੇਰੀਅਮ ਆਇਨ। ਇਹ ਸਾਡੇ ਕੋਲ ਹੋ ਗਿਆ ਸੋਡੀਅਮ ਆਇਨ, ਇਹਨੂੰ ਆਪਾਂ ਬੋਲਦੇ ਆ ਕਲੋਰਾਈਡ ਆਇਨ। ਕੀ ਕਹਿੰਦੇ ਅਸੀਂ ਇਹਨੂੰ? ਕਲੋਰਾਈਡ। ਇਹ ਬੇਟਾ ਹੁੰਦਾ ਸਾਡੇ ਕੋਲ ਸਲਫੇਟ ਆਇਨ। ਜੇਕਰ ਤੁਹਾਡੇ ਕੋਲ 9ਵੀਂ ਦੀ ਕਿਤਾਬ ਹੋਵੇ ਤਾਂ 9ਵੀਂ ਦੀ ਕਿਤਾਬ ਦੇ ਵਿੱਚ ਇਹ ਕੱਢ ਕੇ ਦੇਖ ਲਿਓ। ਠੀਕ ਹੈ ਨਾ, 9ਵੀਂ ਦੀ ਕਿਤਾਬ ਵਿੱਚ ਆਇਨਾਂ ਦੇ ਬਾਰੇ ਸੀਗਾ, ਆਇਨ ਕੀ ਹੁੰਦੇ 9ਵੀਂ ਦੀ ਕਿਤਾਬ ਵਿੱਚ ਸੀਗੇ। ਪਰ ਹੁਣ ਇੱਥੇ ਹੋਇਆ ਕੀ, ਆਪਾਂ ਪੜ੍ਹਨਾ ਕੀ ਆ? ਦੇਖੋ ਬੇਟਾ ਇਸ ਰਸਾਇਣਕ ਕਿਰਿਆ ਵਿੱਚ ਕੀ ਹੋ ਰਿਹਾ, ਜਿਹੜਾ ਬੇਰੀਅਮ ਆਇਨ ਵਾ ਉਹ ਪਹਿਲਾਂ ਕਿੰਨਾ ਜੁੜਿਆ ਸੀ, ਉਹ ਕਲੋਰੀਨ ਨਾਲ ਜੁੜਿਆ ਸੀ। ਠੀਕ ਹੈ ਨਾ, ਬੇਰੀਅਮ ਆਇਨ ਕਿੰਨਾ ਜਾ ਕੇ ਜੁੜ ਗਿਆ, ਬੇਰੀਅਮ ਆਇਨ ਜੁੜ ਗਿਆ ਸਲਫੇਟ ਆਇਨ ਦੇ ਨਾਲ। ਠੀਕ ਹੈ ਨਾ, ਤੇ ਜਿਹੜਾ ਸੋਡੀਅਮ ਆਇਨ ਸੀਗਾ ਉਹ ਕਿੰਨਾ ਜੁੜ ਗਿਆ ਜਾ ਕੇ, ਉਹ ਜੁੜ ਗਿਆ ਕਲੋਰਾਈਡ ਆਇਨ ਦੇ ਨਾਲ। ਸਮਝ ਲੱਗਿਆ ਕੀ ਕਿਹਾ ਮੈਂ? ਇੱਥੇ ਕੀ, ਹਾਂ ਇੱਥੇ ਕੀ ਹੋ ਗਿਆ, ਜਿਹੜਾ ਬੇਰੀਅਮ ਆਇਨ ਸੀਗਾ ਉਹ ਪਹਿਲਾਂ ਤਾਂ ਸਲਫੇਟ ਆਇਨ ਨਾਲ ਜੁੜਿਆ ਸੀਗਾ, ਸੌਰੀ ਕਲੋਰਾਈਡ ਨਾਲ ਜੁੜਿਆ ਸੀ। ਉਹ ਬਾਅਦ ਬੇਰੀਅਮ ਆਇਨ ਕਿੰਨਾ ਜੁੜ ਗਿਆ ਜਾ ਕੇ, ਸਲਫੇਟ ਆਇਨ ਦੇ ਨਾਲ ਜੁੜ ਗਿਆ। ਬੇਰੀਅਮ ਆਇਨ ਜੁੜ ਗਿਆ ਹੈਗਾ ਸਲਫੇਟ ਦੇ ਨਾਲ, ਜਿਹੜਾ ਸੋਡੀਅਮ ਆਇਨ ਜੁੜ ਗਿਆ ਉਹ ਕਲੋਰਾਈਡ ਆਇਨ ਦੇ ਨਾਲ। ਇਹੋ ਜਿਹੀ ਰਸਾਇਣਕ ਕਿਰਿਆ ਜਿਸ ਵਿੱਚ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ। ਸਮਝ ਲੱਗ ਗਿਆ? ਹਾਂ, ਉਹ ਰਸਾਇਣਕ ਕਿਰਿਆ ਬੇਟਾ ਜਿੱਥੋਂ ਨਹੀਂ ਸਮਝ ਲੱਗਦਾ ਦੁਬਾਰਾ ਪੁੱਛ ਲੈਣਾ ਮੈਨੂੰ।
और सैनिक क्रिया जिस विच आयना दी अदला बदली हुंदी है उस नूं दोहरा विस्थापन क्रिया कहते हैं। की कहते उन्होंने? दोहरा विस्थापन क्रिया। शाबाश। विस्थापन क्रिया की सी? और सैनिक क्रिया जिस विच ਵੱਧ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਤੱਤ ਨੂੰ ਉਸਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ, ਉਸ ਨੂੰ ਕਹਿੰਦੇ ਸੀ ਵਿਸਥਾਪਨ ਕਿਰਿਆ। ਦੋਹਰਾ ਵਿਸਥਾਪਨ ਚ ਕੀ ਹੋਇਆ ਹੈਗਾ? ਵਿਸਥਾਪਨ ਹੀ ਆ, ਪਰ ਇੱਥੇ ਵਿਸਥਾਪਨ ਕਾਹਦਾ ਹੋ ਰਿਹਾ? ਆਇਨਾਂ ਦਾ। ਉਹਨਾਂ ਨੇ ਆਇਨ ਬਦਲੇ ਆਪਣੇ, ਇਸ ਕਰਕੇ ਹੈਗਾ ਇਹ ਵੀ ਵਿਸਥਾਪਨ ਕਿਰਿਆ। ਠੀਕ ਆ ਜੀ, ਸਮਝ ਲੱਗਿਆ ਪੁੱਤੇ? दोहरा विस्थापन क्रिया। ਉਹ ਦਿਲਪ੍ਰੀਤ ਕੁਛ ਬਈ ਵੀਡੀਓ ਔਨ ਰੱਖੋ। ਗੁਰਵੀਰ ਸਿੰਘ ਜੀ ਦੂਰਾ ਵਿਸਥਾਪਨ ਕਿਰਿਆ। ਅਮਨ ਮਹਿਰਾ, ਅਮਨ ਮਹਿਰਾ ਜੀ ਦੱਸੋ ਮੈਨੂੰ ਕੀ ਹੁੰਦਾ ਦੂਰਾ ਵਿਸਥਾਪਨ ਕਿਰਿਆ? ਕਿਆ ਹੁੰਦੀ? ਦੂਰਾ ਵਿਸਥਾਪਨ ਕਿਰਿਆ ਬੋਲ ਸ਼ਾਬਾਸ਼। ਕੀ ਹੋਈ ਦੂਰਾ ਵਿਸਥਾਪਨ ਕਿਰਿਆ? ਸਮਝ ਲੱਗੀ ਵਾ ਤੁਹਾਨੂੰ? ਹਾਂ ਪ੍ਰਭਜੋਤ, ਸੰਦੀਪ ਕੌਰ ਹੈਗੀ ਆ, ਮਨੀਸ਼ਾ, ਮਨੀਸ਼ਾ ਵੀ ਹੈ, ਮਨੀਸ਼ਾ ਨਹੀਂ, ਇਹ ਆਪਾਂ ਦੇ ਕੋਲ ਦਿਲਪ੍ਰੀਤ ਸਿੰਘ। ਦਿਲਪ੍ਰੀਤ ਜੀ ਸਮਝ ਲੱਗਿਆ ਪੁੱਤ? ਆਪਾਂ ਨੇ ਇਹ 4 ਕਿਸਮਾਂ ਪੜ੍ਹ ਲਈਆਂ ਰਸਾਇਣਿਕ ਕਿਰਿਆਵਾਂ ਦੀਆਂ। ਬੇਟਾ ਇੱਕ ਕਿਸਮ ਹੋਰ ਹੁੰਦੀ ਆ, ਉਹ ਕੀ ਆ? 5th ਕਿਸਮ। ਉਹ ਹਾਂਜੀ ਪੁੱਛਣਾ ਕੁਛ ਨੇ ਕੁਛ? ਤਾਪ ਨਿਕਾਸੀ ਤੇ ਤਾਪ ਸੋਖੀ ਕਿਰਿਆ। ਬੇਟਾ ਇਹ ਅਸਲ ਵਿੱਚ ਜਿਹੜੀ ਕਿਰਿਆਵਾਂ ਆ ਇਹ ਸੰਯੋਜਨ ਕਿਰਿਆਵਾਂ ਦਾ ਹਿੱਸਾ ਆ। ਤਾਪ ਨਿਕਾਸੀ ਦੀ ਤਾਪ ਸੋਖੀ ਕਿਰਿਆ ਇਹ ਅਸਲ ਵਿੱਚ ਸੰਯੋਜਨ ਕਿਰਿਆ ਆ, ਪਰ ਅਸੀਂ ਨੂੰ ਕੁਝ ਵੱਖਰਾ ਪੜ੍ਹਦੇ। ਕਿਉਂ ਵੱਖਰਾ ਪੜ੍ਹਦੇ ਆ? ਉਹ ਸਾਨੂੰ ਜ਼ਰੂਰਤ ਆ, ਸਾਡੀ ਕਿਤਾਬ ਦੇ ਵਿੱਚ ਕੁਐਸਚਨ ਵਾ। ਤਾਪ ਨਿਕਾਸੀ ਕਿਰਿਆ ਪਤ ਕੀ ਹੁੰਦੀ ਆ? ਤੁਸੀਂ ਘਰ ਦੇ ਵਿੱਚ ਗੈਸ ਬਲਾਣੇ, ਚੁੱਲ੍ਹੇ ਤੇ ਸਿਲੰਡਰ ਦੀ ਗੈਸ ਬਲਦੀ ਨਾ, ਪਤਾ ਕਿਹੜੀ ਗੈਸ ਹੁੰਦੀ ਆ? ਉਹ ਜਿਹੜੀ ਆਪਾਂ ਗੈਸ ਬਾਲਦੇ ਆ ਉਹ ਕਿਹੜੀ ਗੈਸ ਹੁੰਦੀ ਆ? ਉਹ ਹਾਂਜੀ ਉਹ ਤਾਂ LPG ਹੁੰਦੀ, ਪਰ ਉਹਦੇ ਅੰਦਰ ਗੈਸ ਹੁੰਦੀ ਬਿਊਟੇਨ ਗੈਸ ਹੁੰਦੀ ਉਹਦੇ ਵਿੱਚ। ਮਤਲਬ ਕੀ ਆ, ਜਦੋਂ ਅਸੀਂ ਲੱਕੜ ਨੂੰ ਜਲਾਨੇ ਆ ਜਾਂ ਆਪਾਂ ਗੈਸ ਨੂੰ ਜਲਾਨੇ ਆ ਜਾਂ ਅਸੀਂ ਜਲਾਨੇ ਹੈਗੇ ਆ ਕੋਲੇ ਨੂੰ ਜਲਾਨੇ ਆ, ਆਪਾਂ ਕੀ ਦੇਖਦੇ ਆ? ਉਹਦੇ ਵਿੱਚ ਕੋਲੇ ਦੇ ਅੰਦਰ ਕਾਰਬਨ ਹੁੰਦੀ ਆ, ਉਹ ਜਲ ਕੇ ਬਣ ਜਾਂਦੀ ਕਾਰਬਨ ਡਾਈਆਕਸਾਈਡ ਤੇ ਸਵਾਹ ਬਣ ਜਾਂਦੀ ਆ। ਆਪਾਂ ਗੈਸ ਚਲਾਨੇ ਆ, ਉਹ ਗੈਸ ਜਦੋਂ ਜਲਦੀ ਆ ਤਾਂ ਕੀ ਹੁੰਦਾ ਆ? ਇੱਕ ਬਣਦਾ ਕਾਰਬਨ ਡਾਈਆਕਸਾਈਡ, ਪਾਣੀ ਬਣਦਾ, ਤੇ ਪਰ ਨਾਲ ਕੀ ਹੁੰਦਾ? ਉਹ ਚ ਤਾਪ ਪੈਦਾ ਹੁੰਦਾ, ਗਰਮੀ ਨਿਕਲਦੀ ਹੈ ਨਾ, ਤਾਪ ਤੇ ਰੋਸ਼ਨੀ। ਨਿਕਲਦੀ ਨਾ ਕੋਈ ਤਾਪ ਤੇ ਰੋਸ਼ਨੀ? ਨਿਕਲਦੀ ਕਿ ਨਹੀਂ ਨਿਕਲਦੀ? ਹਾਂ ਬੇਟਾ ਅਸੀਂ ਉਹਨੂੰ ਬੋਲਦੇ ਹਾਂ ਤਾਪ ਨਿਕਾਸੀ ਕਿਰਿਆ, ਮਤਲਬ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਉਤਪਾਦਾਂ ਦੇ ਬਣਨ ਦੇ ਨਾਲ ਨਾਲ ਤਾਪ ਊਰਜਾ ਪੈਦਾ ਹੁੰਦੀ ਹੈ, ਉਸ ਨੂੰ ਅਸੀਂ ਕਹਿੰਦੇ ਆ ਤਾਪ ਨਿਕਾਸੀ ਕਿਰਿਆ। ਉਹ ਰਸਾਇਣਿਕ ਕਿਰਿਆ ਜਿਸ ਵਿੱਚ
ਉਤਪਾਦਾਂ ਦੀ ਉਤਪत्ति ਦੇ ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ। ਅਸੀਂ ਇਹਨੂੰ ਕਹਿੰਦੇ ਆ ਤਾਪ ਨਿਕਾਸੀ ਕਿਰਿਆ। ਇਹਦੀ ਉਦਾਹਰਨ ਹੈਗੀ ਆ, ਜਿੱਦਾਂ ਅਸੀਂ ਜਿਹੜੀ ਕੁਦਰਤੀ ਗੈਸ ਹੈਗੀ ਆ ਉਹਨੂੰ ਜਲਾ ਲੈਂਦੇ ਆ, ਠੀਕ ਹੈ ਨਾ। ਮੀਥੇਨ ਗੈਸ ਨੂੰ ਜਦੋਂ ਜਲਾਇਆ ਜਾਂਦਾ ਤਾਂ ਕੀ ਹੁੰਦਾ, ਕਾਰਬਨ ਡਾਈਆਕਸਾਈਡ ਪਾਣੀ ਤੇ ਤਾਪ ਜਿਹੜਾ ਹੈਗਾ ਉਹ ਪੈਦਾ ਹੁੰਦਾ, ਊਰਜਾ ਵੀ ਔਰ ਰੌਸ਼ਨੀ ਵੀ ਨਿਕਲਦੀ ਆ। ਅਸੀਂ ਇਹਨੂੰ ਕਹਿ ਦਿੰਦੇ ਆ ਤਾਪ ਨਿਕਾਸੀ ਕਿਰਿਆ, ਠੀਕ ਹੈ ਬੇਟਾ। ਦੂਸਰੀ ਕਿਸਮ ਹੈ ਤਾਪ ਸੋਖੀ ਕਿਰਿਆ। ਤਾਪ ਸੋਖੀ ਕਿਰਿਆ ਵਿੱਚ ਕੀ ਹੁੰਦਾ, ਉਹ ਹੁੰਦਾ ਉਹ ਕਿਰਿਆ ਜਿਸ ਵਿੱਚ ਆਲੇ ਦੁਆਲੇ ਤੋਂ ਤਾਪ ਸੋਖਿਆ ਜਾਂਦਾ ਹੈ। ਮਤਲਬ ਆਲੇ ਦੁਆਲੇ ਤਾਪ ਸੋਖ ਲੈਣਾ। ਤੇ ਜਿੱਦਾਂ ਹੁਣ ਇਹਦਾ ਉਦਾਹਰਨ ਕੀ ਆ, ਇਹਦੀ ਉਦਾਹਰਨ ਵੈਸੇ ਇਹ ਹੈਗਾ ਬਰਫ਼ ਦਾ ਪਿਘਲਣਾ। ਦੇਖਿਆ ਨਾ, ਆਪਾਂ ਬਰਫ਼ ਫ੍ਰਿਜ ਚੋਂ ਬਾਹਰ ਕੱਢ ਕੇ ਰੱਖ ਦੋ, ਬਰਫ਼ ਕੀ ਹੋ ਜਾਂਦੀ ਹੈ, ਉਹ ਪਿਘਲ ਜਾਂਦੀ। ਕਿਉਂ ਪਿਘਲ ਗਈ? ਉਹਨੇ ਕੀ ਕੀਤਾ, ਆਪਣੇ ਆਲੇ ਦੁਆਲੇ ਤੋਂ ਜਿਹੜੀ ਤਾਪ ਹੈਗੀ ਆ, ਹੀਟ ਊਰਜਾ ਨੂੰ ਸੋਖ ਲਿਆ। ਇਹਨੂੰ ਅਸੀਂ ਬੋਲਦੇ ਹਾਂ ਤਾਪ ਸੋਖੀ ਕਿਰਿਆ। ਹੋਰ ਉਦਾਹਰਨ ਹੁੰਦੀ ਇਹਦੀ ਅਮੋਨੀਅਮ ਕਲੋਰਾਈਡ ਦਾ ਪਾਣੀ ਵਿੱਚ ਘੁਲਣਾ। ਠੀਕ ਹੈ ਜੀ, ਇਹ ਸਾਡੀਆਂ ਕਿਸਮਾਂ ਸੀਗੀਆਂ ਰਸਾਇਣਕ ਕਿਰਿਆਵਾਂ ਦੀਆਂ। ਸਮਝ ਲੱਗ ਗਈਆਂ? ਬੇਟਾ ਜੋ ਦੇਖੇ ਨਾ ਪੰਜਵਾਂ ਪੈਂਟ ਜਿਹੜਾ ਆ, ਇਹ ਤੁਹਾਡਾ ਪ੍ਰਸ਼ਨ ਨੰਬਰ 9 ਦਾ ਉੱਤਰ ਵਾ ਇਹ। ਠੀਕ ਹੈ ਜੀ, ਚਲੋ ਅਸੀਂ ਇਹ ਬਾਅਦ ਚ ਕਰਾਂਗੇ। ਹੁਣ ਤੁਹਾਨੂੰ ਸਮਝ ਲੱਗ ਗਿਆ ਕਿਰਿਆ ਰਸਾਇਣਕ ਕਿਰਿਆਵਾਂ ਦੀ ਕਿਸਮਾਂ ਕਿਹੜੀਆਂ ਕਿਹੜੀਆਂ ਸੀਗੀਆਂ? ਹਾਂਜੀ ਬੇਟਾ ਕੌਣ? ਓਕੇ ਬੇਟਾ ਓਕੇ। ਦੇਖੋ ਬੇਟਾ ਅਸੀਂ ਉਦਾਹਰਨ ਲੈਂਦੇ ਆ ਦੋਹਰਾ ਵਿਸਥਾਪਨ ਕਿਰਿਆ। ਬੇਟਾ ਸਾਡੇ ਕੋਲ ਕੀ ਆ, ਜਿਹੜਾ ਸੋਡੀਅਮ ਤੇ ਸਲਫੇਟ, ਇਹ ਸੋਡੀਅਮ ਸਲਫੇਟ, ਬੇਰੀਲੀਅਮ ਕਲੋਰਾਈਡ। ਅਸਲ ਦੇ ਵਿੱਚ ਪਤਾ 9ਵੀਂ ਦੇ ਵਿੱਚ ਇਹ ਪੜਾਇਆ ਗਿਆ ਸੀਗਾ ਆਇਨਾਂ ਦੇ ਬਾਰੇ, ਠੀਕ ਹੈ ਨਾ। ਜਦੋਂ ਅਸੀਂ ਯੌਗਿਕਾਂ ਦੇ ਸੂਤਰ ਲਿਖਣੇ ਸਿੱਖੇ ਸੀ ਆਪਾਂ, ਉਹਦੇ ਵਿੱਚ ਕੀ ਲਿਖਦੇ ਸੀ, ਪਹਿਲਾਂ ਤੱਤ ਦਾ ਨਾਮ ਲਿਖਦੇ ਸੀਗੇ, ਫਿਰ ਆਪਾਂ ਲਿਖਦੇ ਸੀ ਸੰਯੋਜਕਤਾ, ਜੇ ਕਿਸੇ ਨੂੰ ਯਾਦ ਹੋਵੇ, ਠੀਕ ਹੈ ਨਾ। ਉਹ ਸੰਯੋਜਕਤਾ ਲਿਖੀ ਸੀਗੀ ਅਸੀਂ। ਹੁਣ ਬੇਟਾ ਇਹਨੂੰ ਅਗਰ ਆਪਾਂ ਖੋਲੀਏ, ਸੋਡੀਅਮ ਸਲਫੇਟ ਨੂੰ ਖੋਲੀਏ, ਜਿਹੜਾ ਸੋਡੀਅਮ ਸਲਫੇਟ ਹੈਗਾ ਉਹ ਕਾਹਦਾ ਬਣਿਆ, ਸੋਡੀਅਮ ਆਇਨ ਤੇ ਸਲਫੇਟ ਆਇਨ ਦਾ ਬਣਿਆ ਹੋਇਆ ਉਹ। ਦੇਖੋ ਅਸੀਂ ਦੇਖੋ ਕੀ ਕੀਤਾ ਆ, ਇਹਦੇ ਵਿੱਚ ਧਿਆਨ ਦਿਓ। ਆਪਾਂ ਜਿਹੜਾ ਸੋਡੀਅਮ ਸਲਫੇਟ ਵਾ ਉਹ ਆਪਾਂ ਲਿਖਿਆ ਆ Na2SO4, ਠੀਕ ਹੈ ਨਾ। ਜਿਹੜਾ ਸੋਡੀਅਮ ਬੇਟਾ ਹੁੰਦਾ ਉਹ ਹੁੰਦਾ ਸੋਡੀਅਮ N+ ਹੁੰਦਾ, ਜਿਹੜਾ ਸਲਫੇਟ ਹੁੰਦਾ SO4 2 ਨੈਗੇਟਿਵ। ਜਦੋਂ ਅਸੀਂ ਸੋਡੀਅਮ ਸਲਫੇਟ ਦਾ ਸੂਤਰ ਲਿਖਣਾ ਸੀਗਾ, ਸਿੱਖਿਆ ਸੀ ਆਪਾਂ 9ਵੀਂ ਦੇ ਵਿੱਚ, ਠੀਕ ਹੈ ਨਾ। ਆਪਾਂ ਹੁਣ 9ਵੀਂ ਚੱਲਦੇ ਆ। ਆਪਾਂ ਸੂਤਰ ਲਿਖਣ ਨੂੰ ਕੀ ਕੀਤਾ ਸੀ, ਪਹਿਲਾਂ ਕੀ ਕਰ ਰਹੇ ਸੀ, ਆਪਾਂ ਲਿਖਦੇ ਤੱਤ ਦਾ, ਆਪਾਂ ਲਿਖਿਆ ਸੀ ਪ੍ਰਤੀਕ, ਠੀਕ ਹੈ ਨਾ। ਪਹਿਲਾਂ ਆਪਣਾ ਸੋਡੀਅਮ ਸਲਫੇਟ, ਸੋਡੀਅਮ ਹੁੰਦਾ Na, ਸਲਫੇਟ ਹੁੰਦਾ SO4, ਠੀਕ ਹੈ ਜੀ। ਫਿਰ ਪਤਾ ਆਪਾਂ ਲਿਖਦੇ ਸੰਯੋਜਕਤਾ, ਜੇ ਯਾਦ ਆਇਆ, ਸੰਯੋਜਕਤਾ ਜਿਹੜੀ ਸੋਡੀਅਮ ਦੀ ਪੁੱਤ +1 ਹੁੰਦੀ ਆ, ਇਹਦੀ ਹੁੰਦੀ -2। ਫਿਰ ਆਪਾਂ ਕੀ ਕੀਤਾ ਸੀ, ਇਹਨਾਂ ਨੂੰ ਕ੍ਰਾਸ ਓਵਰ ਕਰਦੇ ਸੀਗੇ, ਠੀਕ ਹੈ ਨਾ। ਸਾਡੇ ਕੋਲ ਸੂਤਰ ਬਣਿਆ ਸੀ Na2SO4। ਇਹਦੇ ਵਿੱਚ ਪੁੱਤ ਕੀ ਹੁੰਦਾ, ਜਿਹੜਾ ਸੋਡੀਅਮ ਜਿਹੜਾ ਹੈਗਾ, ਕਿਉਂਕਿ ਇਹਦੀ ਸੰਯੋਜਕਤਾ ਇੱਕ ਦਾ ਮਤਲਬ ਕੀ ਹੁੰਦਾ, ਇਹਦੇ ਕੋਲ ਇੱਕ ਇਲੈਕਟ੍ਰੋਨ ਵਾਧੂ ਹੁੰਦਾ,
ਇਹਦੇ ਕੋਲ ਕੀ ਹੁੰਦਾ 2 ਇਲੈਕਟ੍ਰੋਨ ਵਾਧੂ ਹੁੰਦੇ ਆ, ਠੀਕ ਆ, ਉਹ ਅਦਲਾ ਬਦਲੀ ਕਰ। ਜਿਹੜਾ ਸੋਡੀਅਮ ਹੁੰਦਾ ਇਹਦੇ ਵਿੱਚ ਹੁੰਦਾ, ਠੀਕ ਹੈ ਨਾ, ਸੋਡੀਅਮ ਪੁੱਤ ਜਿਹੜਾ ਹੁੰਦਾ ਉਹ ਹੁੰਦਾ ਸੋਡੀਅਮ ਆਇਨ, ਜਿਹੜਾ ਸਲਫੇਟ ਹੁੰਦਾ ਸਲਫੇਟ ਆਇਨ ਦੇ ਫਾਰਮ ਦੇ ਵਿੱਚ। ਜਿਹੜਾ ਆਪਾਂ ਬੇਰੀਅਮ ਕਲੋਰਾਈਡ ਦੀ ਗੱਲ ਕਰਦੇ ਆ, ਉਹਦੇ ਵਿੱਚ ਜਿਹੜਾ ਬੇਰੀਅਮ ਹੁੰਦਾ ਉਹ ਪਤਾ 2+ ਤੇ ਕਲੋਰੀਨ ਹੁੰਦੀ ਆ Cl ਨੈਗੇਟਿਵ। ਮਤਲਬ ਇਹ ਆਇਨਾਂ ਦੇ ਫਾਰਮ ਦੇ ਵਿੱਚ, ਇਹਨੂੰ ਅਸੀਂ ਆਇਨਿਕ ਯੌਗਕ ਕਹਿੰਦੇ ਆ। ਆਪਾਂ ਚੈਪਟਰ ਆਣਾ ਇੱਕ 5ਵਾਂ ਲੈਸਨ, ਉਹਦੇ ਵਿੱਚ ਅਸੀਂ ਪੜਾਂਗੇ ਯੌਗਕਾਂ ਬਾਰੇ, ਸਹਿ ਸੰਯੋਜੀ ਯੌਗਕ ਤੇ ਆਇਨਿਕ ਯੌਗਕ, ਉਹਨਾਂ ਦੇ ਬਾਰੇ ਪੜਾਂਗੇ। ਤੁਹਾਨੂੰ ਥੋੜਾ ਬਹੁਤਾ ਆਈਡੀਆ ਸ਼ਾਇਦ ਉਹ ਚੋਂ ਹੋ ਜਾਵੇ, ਠੀਕ ਹੈ ਨਾ। ਇਹ ਕੀ ਆ, ਇਹ ਆਇਨਾਂ ਦੇ ਫਾਰਮ ਦੇ ਵਿੱਚ ਹੁੰਦੇ, ਆਇਨਾਂ ਦੇ ਫਾਰਮ ਦੇ ਜੁੜੇ ਹੁੰਦੇ ਇੱਕ ਦੂਜੇ ਦੇ ਨਾਲ। ਜਿਹੜਾ ਇਹ ਜਿਹੜੇ ਹੁੰਦੇ ਨਾ, ਇਹਨੂੰ ਅਸੀਂ ਆਇਨਿਕ ਯੌਗਕ ਹੁੰਦੇ ਆ ਇਹ। ਅਗਲਾ ਲੈਸਨ ਆਣਾ 5ਵਾਂ, ਆਇਨਿਕ ਯੌਗਕ। ਇਹ ਵੀ ਆਇਨਿਕ ਯੌਗਕ ਆ। ਜਿਹੜੇ ਆਇਨਿਕ ਯੌਗਕ ਹੁੰਦੇ ਬੇਟਾ, ਉਹ ਕੀ ਹੁੰਦੇ, ਉਹਨਾਂ ਚ ਆਇਨ ਹੁੰਦੇ, ਆਇਨ ਆਇਨਾਂ ਦੇ ਫਾਰਮ ਦੇ ਵਿੱਚ ਹੁੰਦੇ। ਮਤਲਬ ਇਹਦੇ ਵਿੱਚ ਜਿਹੜਾ ਬੇਰੀਅਮ ਕਲੋਰਾਈਡ ਉਹ ਬੇਰੀਅਮ ਇਸ ਆਇਨ ਦਾ ਹੁੰਦਾ, ਜਿਹੜਾ ਕਲੋਰੀਨ ਹੁੰਦਾ ਇਸ ਆਇਨ ਦੇ ਰੂਪ ਚ ਹੁੰਦਾ। ਜਿਹੜਾ ਸੋਡੀਅਮ ਸਲਫੇਟ, ਜਿਹੜਾ ਸੋਡੀਅਮ ਹੁੰਦਾ ਇਹ ਆਇਨ ਦੇ ਰੂਪ ਚ ਹੁੰਦਾ, ਜਿਹੜਾ ਸਲਫੇਟ ਹੁੰਦਾ ਉਹ ਇਸ ਆਇਨ ਦੇ ਰੂਪ ਦੇ ਵਿੱਚ ਉਹ ਹੁੰਦਾ, ਠੀਕ ਹੈ ਨਾ। ਹੁਣ ਇੱਥੇ ਹੁੰਦਾ ਕੀ ਆ, ਇਹ ਜਿਹੜੀ ਇਸ ਰਿਐਕਸ਼ਨ ਦੇ ਵਿੱਚ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ, ਠੀਕ ਹੈ ਨਾ। ਸੋਡੀਅਮ ਸਲਫੇਟ ਦੇ ਵਿੱਚ ਸੋਡੀਅਮ ਤੇ ਸਲਫੇਟ ਆਇਨ ਜਿਹੜੇ ਸੇ ਉਹ ਬਦਲ ਜਾਂਦੇ ਆ, ਠੀਕ ਹੈ ਨਾ। ਸਲਫੇਟ ਆਇਨ ਕਿੱਥੇ ਚਲੇ ਗਿਆ, ਜਿਹੜਾ ਸਲਫੇਟ ਆਇਨ ਪਹਿਲਾਂ ਸੋਡੀਅਮ ਨਾਲ ਲੱਗਾ ਸੀ, ਸਲਫੇਟ ਆਇਨ ਕਿੱਦਾਂ ਜੁੜ ਗਿਆ ਜਾ ਕੇ, ਉਹ ਜੁੜ ਗਿਆ ਬੇਰੀਅਮ ਦੇ ਨਾਲ। ਜਿਹੜਾ ਕਲੋਰਾਈਡ ਆਇਨ ਜੁੜਿਆ ਸੀ ਬੇਰੀਅਮ ਦੇ ਨਾਲ, ਉਹ ਜੁੜ ਗਿਆ ਸੋਡੀਅਮ ਦੇ ਨਾਲ। ਜਾਂ ਸਿੰਪਲ ਗੱਲ ਕਹਿ, ਸਮਝ ਲੱਗਿਆ ਬਤ ਮੈਂ ਕੀ ਹੋਇਆ। ਹੋਰ ਰਸਾਇਣਕ ਕਿਰਿਆ ਜਿਸ ਵਿੱਚ ਆਇਨਾਂ ਦੀ ਅਦਲਾ ਬਦਲੀ ਹੁੰਦੀ, ਆਇਨਾਂ ਦੀ ਅਦਲਾ ਬਦਲੀ, ਮਤਲਬ ਇਹਦਾ ਆਇਨ ਜੁੜ ਗਿਆ ਇਹਦੇ ਨਾਲ, ਇਹਦਾ ਆਇਨ ਜੁੜ ਗਿਆ ਇਹਦੇ ਨਾਲ, ਜਾਂ ਇਹ ਆਇਨ ਜੁੜ ਗਿਆ ਇਸ ਆਇਨ ਦੇ ਨਾਲ, ਇਹ ਆਇਨ ਜੁੜ ਗਿਆ ਇਸ ਆਇਨ ਦੇ ਨਾਲ, ਠੀਕ ਹੈ ਨਾ। ਦੇਖੋ ਇੱਧਰ ਪਾਸੇ ਨਾ, ਦੇਖੋ ਇੱਧਰ ਅਸੀਂ BaCl, ਦੂਸਰੀ ਤਰ੍ਹਾਂ NaCl ਬਣ ਗਿਆ, ਮਤਲਬ N, ਸਮਝ ਲੱਗ ਗਿਆ। ਬੇਟਾ ਮਿਊਟ ਕਰੋ, ਕਿਸੇ ਨੇ ਅਨਮਿਊਟ ਕੀਤਾ ਹੋਇਆ, ਫਿਰ ਆਵਾਜ਼ ਰਿਫਲੈਕਟ ਕਰਦੀ ਹੈ। ਹਾਂਜੀ, ਹੁਣ ਸਮਝ ਲੱਗਿਆ ਵੀ ਹੋਰ ਰਸਾਇਣਕ ਕਿਰਿਆ ਜਿਸ ਵਿੱਚ ਆਇਨਾਂ ਦੀ ਅਦਲਾ ਬਦਲੀ ਹੁੰਦੀ, ਉਸ ਨੂੰ ਦੋਹਰਾ ਵਿਸਥਾਪਨ ਕਿਰਿਆ ਕਹਿੰਦੇ ਹਨ। ਆਇਨਿਕ ਯੌਗਕਾਂ ਦੇ ਬਾਰੇ ਥੋੜਾ ਜਿਹਾ ਪੜਾਂਗੇ ਅਸੀਂ, ਤੁਹਾਨੂੰ ਉੱਚ ਸਮਝਾ ਦੇਵਾਂਗੇ, ਠੀਕ ਹੈ ਜੀ। ਸਮਝ ਲੱਗ ਗਿਆ। ਹਾਂ, ਹੋਰ ਕਿਸੇ ਨੇ ਕੁਝ ਪੁੱਛਣਾ ਬਈ? ਉਹ ਤਾਂ ਮੈਂ ਤੁਹਾਨੂੰ ਅੱਗੇ ਲਿਖ ਕੇ ਭੇਜਣਾ, ਇਹਨੂੰ ਯਾਦ, ਇਹਨੂੰ ਕਾਪੀ ਤੇ ਤੁਸੀਂ ਲਿਖਿਆ ਨਹੀਂ ਲਿਖਿਆ ਦੇਖ ਲਿਓ ਵੀ ਇਦਾਂ ਦਾ ਆ ਜਾਂ ਕੁਝ ਹੋਰ ਤਰ੍ਹਾਂ ਦਾ ਆ, ਠੀਕ ਹੈ ਨਾ। ਮੰਡੇ ਤੋਂ ਜਿਹੜੀ ਵੀ ਅਸਾਈਨਮੈਂਟ ਆਣੀ ਹੈ ਕਾਪੀ ਤੇ ਨੋਟ ਨਹੀਂ ਕਰਨੀ ਹੈਗੀ, ਕਿਉਂਕਿ ਮੰਗਲਵਾਰੀ ਆਪਾਂ ਡਿਸਕਸ ਕਰਾਂਗੇ ਹੁਣ। ਹਾਂਜੀ ਪੁੱਤ। ਬੇਟਾ ਇਹ ਤੁਸੀਂ ਜੇ ਲਿਖਿਆ ਹੋਇਆ ਠੀਕ ਆ, ਨਹੀਂ ਲਿਖਿਆ ਹੋ ਤਾਂ ਇਹ ਸਾਡਾ ਕੀ ਆ, ਇਹ ਸਾਡਾ ਚੈਪਟਰ ਅਸਲ ਵਿੱਚ ਚੈਪਟਰ ਵਾ, ਕਿਉਂਕਿ ਅਗਰ ਆਪਾਂ ਲਿਖ ਲਵਾਂਗੇ ਤਾਂ ਸਾਨੂੰ ਬਹੁਤ ਕੁਝ ਪਤਾ ਕਲੀਅਰ ਹੋ ਜਾਣਾ ਆ, ਬਹੁਤ ਕੁਝ। ਇਹਦੇ ਨਾਲ ਚੈਪਟਰ ਸਾਡਾ ਕਾਫੀ। ਹਾਂਜੀ ਪੁੱਤ। ਪੁੱਤ ਕੋਈ ਗੱਲ ਨਹੀਂ, ਹੁਣ ਅਸਾਈਨਮੈਂਟਾਂ ਜਿਹੜੀਆਂ ਲਿਖੀਆਂ ਨਾ, ਅਸਾਈਨਮੈਂਟਾਂ ਅਸਲ ਦੇ ਵਿੱਚ ਚਲੋ ਜੋ ਵੀ ਲਿਖਿਆ, ਤੁਹਾਨੂੰ ਮੈਂ ਕੁਐਸਚਨ ਆਨਸਰ ਭੇਜੇ ਸੀਗੇ ਤੁਹਾਨੂੰ ਮੈਂ 2 ਚੈਪਟਰਾਂ ਦੇ, ਠੀਕ ਆ। ਕਿਉਂਕਿ ਪੇਪਰ ਦੇ ਵਿੱਚ 2 ਪੇਪਰਾਂ ਦੇ ਵਿੱਚ ਪੁੱਤ ਕੁਐਸਚਨ ਆਨਸਰ ਆਣੇ ਆ। ਅਸਾਈਨਮੈਂਟਾਂ ਦੇ ਵਿੱਚੋਂ ਕੀ ਹੁੰਦਾ, ਅਸਾਈਨਮੈਂਟ ਵਿੱਚ ਬੱਚੇ ਨੂੰ ਇਹ ਮੰਨ ਕੇ ਚੱਲੇ, ਬੱਚਾ ਨਾ ਤਾਂ ਆਨਲਾਈਨ ਕਲਾਸ ਲਗਾਉਂਦਾ ਆ, ਠੀਕ ਹੈ ਨਾ, ਉਹ ਕੀ ਕਰਦਾ, ਨਾ ਉਹ ਟੀਵੀ ਤੇ ਲੈਕਚਰ ਦੇਖਦਾ, ਉਹ ਘੁੰਮਦਾ ਆ। ਔਰ ਬੱਚੇ ਲਈ ਹੈਲਪ ਸੀਗੀ, ਤੇ ਬੱਚੇ ਨੇ ਕੁਝ ਨਹੀਂ ਕਰਨਾ ਤਾਂ ਘੱਟੋ ਘੱਟ ਜਦੋਂ ਉਹਨੂੰ ਮੌਕਾ ਮਿਲਦਾ, ਜਦੋਂ ਵੀ ਟਾਈਮ ਮਿਲਦਾ, ਉਹ ਆਪਣਾ ਅਸਾਈਨਮੈਂਟ ਖੋਲੇ, ਉਹਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੇ, ਠੀਕ ਹੈ ਨਾ। ਪਰ ਸਾਡੇ ਕੀ ਹੋ ਰਿਹਾ, ਸਾਡੇ ਸਾਰਾ ਕੁਝ ਉਲਟ ਹੋ ਰਿਹਾ। ਆਪਾਂ ਦੇਖੋ 60 ਦੇ ਵਿੱਚੋਂ ਅੱਜ 6 ਜਣੇ ਕਲਾਸ ਲਗਾ ਕੇ ਬੈਠੇ ਆ, ਤੇ ਤੁਹਾਡੇ ਵਿੱਚੋਂ 20 ਜਣੇ ਤਾਂ ਰੇਹੜੀ ਲੈ ਕੇ ਸਬਜ਼ੀ ਵੇਚ ਰਹੇ ਹੋਣੇ ਆ ਤੁਹਾਡੇ ਨਾਲ, ਜਿਹੜੇ ਜਿੰਨੇ ਵੀ ਹੈਗੇ ਆ। ਕੋਈ ਕਿਤੇ ਘੁੰਮ ਰਿਹਾ, ਇੱਥੇ ਮੇਰੇ ਸਾਡੇ ਗੁਆਂਢ ਦੇ ਵਿੱਚ 5-4 ਖੇਲਣ ਲੱਗੇ ਹੋ ਆ, ਕ੍ਰਿਕਟ ਖੇਲਣ ਲੱਗੇ ਹੋ, ਕੋਈ ਮਤਲਬ ਨਹੀਂ ਹੈਗਾ ਪੜ੍ਹਾਈ ਦਾ, ਠੀਕ ਹੈ ਨਾ। ਬੇਟਾ ਪੜ੍ਹਾਈ ਜਿਹੜੀ ਆ ਇਹਨੂੰ ਤੁਸੀਂ ਕਰਨਾ, ਨੁਕਸਾਨ ਤੁਹਾਨੂੰ ਨਹੀਂ ਪਤਾ ਤੁਹਾਡਾ ਕਿੰਨਾ ਨੁਕਸਾਨ ਹੋ ਰਿਹਾ, ਪੜ੍ਹਾਈ ਨਾ ਕਰਕੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਔਰ ਨੁਕਸਾਨ ਐਡਾ ਵੱਡਾ ਹੋ ਗਿਆ ਜਿਹਦੀ ਕਿਤੇ ਭਰਪਾਈ ਨਹੀਂ ਹੋਣੀ ਹੈਗੀ। ਫਿਰ ਵੀ ਸਾਡੀ ਕੋਸ਼ਿਸ਼ ਆ ਵੀ ਅਸੀਂ ਤੁਹਾਨੂੰ ਪੜ੍ਹਾਈ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ।
ਠੀਕ ਹੈ। ਤੁਸੀਂ 6 ਬੱਚੇ ਆ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਤੁਹਾਨੂੰ ਘੰਟਾ ਹੋ ਗਿਆ ਜੁੜਿਆ ਨੂੰ ਮੇਰੇ ਨਾਲ। ਠੀਕ ਹੈ ਨਾ, ਤੁਸੀਂ ਵੀ ਟਾਈਮ ਕੱਢਿਆ ਨਾ, ਬਾਕੀ ਕਿਉਂ ਟਾਈਮ ਕੱਢਦੇ। ਗੱਲ ਸੋਚਣ ਵਾਲੀ ਇਹ ਹੈ ਕਿ ਅਸੀਂ ਕੀ ਕਰ ਲਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਅਸੀਂ 8ਵੀਂ ਵੀ ਏਦਾਂ ਪਾਸ ਹੋ ਗਏ, ਆਪਾਂ 9ਵੀਂ ਵੀ ਏਦਾਂ ਪਾਸ ਹੋ ਗਏ, 10ਵੀਂ ਵੀ ਆਪਾਂ ਏਦਾਂ ਪਾਸ ਕਰਾਣੀ। ਬੇਟਾ ਠੀਕ ਆ, ਪਾਸ ਹੋ ਗਏ, ਪਰ ਤੁਹਾਨੂੰ ਆਇਆ ਕੀ। ਠੀਕ ਹੈ ਨਾ, ਹਾਂ, ਜੋ ਬੇਟਾ ਬੇਸਿਕ ਗੱਲ ਆ ਵੀ ਤੁਹਾਨੂੰ ਆਣਾ ਕੀ ਚਾਹੀਦਾ, ਅਸੀਂ ਆਵੇ ਤੁਹਾਨੂੰ ਉਸ ਵਾਸਤੇ ਤੁਹਾਡੀ ਕਲਾਸ ਲਗਾਉਂਦੇ ਆ। ਦੇਖੋ ਅਸਾਈਨਮੈਂਟ ਤੁਹਾਨੂੰ ਏਦਾਂ ਆਈ ਹੋਣੀ ਆ, ਸਾਰੀ ਕਿਰਿਆਵਾਂ ਦੀ ਆਈ ਆ। ਤੁਸੀਂ ਮੈਨੂੰ ਦੱਸੋ ਅਸਾਈਨਮੈਂਟ ਪੜ੍ਹ ਕੇ ਸਮਝ ਲੱਗਿਆ ਕਿ ਕਲਾਸ ਲਗਾ ਕੇ ਸਮਝ ਲੱਗਿਆ। ਹਾਂ ਬੇਟਾ, ਜਿਹੜੀ ਕਲਾਸ ਹੈ ਨਾ, ਇਹਦਾ ਕੋਈ ਸਬਸਟੀਟਿਊਟ ਨਹੀਂ ਹੈਗਾ। ਕੁਛ ਵੀ ਹੋ ਜਾਵੇ, ਟੀਵੀ ਤੇ ਲੈਕਚਰ ਆਈ ਜਾਣ, ਅਸਾਈਨਮੈਂਟ ਆਈ ਜਾਣ, ਚਾਹੇ ਯੂਟਿਊਬ ਤੇ ਲਿੰਕ ਪਾਵਾ ਭੇਜੀ ਜਾਓ, ਕੁਛ ਵੀ ਆਈ ਜਾਵੇ, ਉਹ ਟੀਚਰ ਨਾਲ ਸਿੱਧੀ ਗੱਲ ਕੀਤੇ ਬਿਨਾ ਕੁਛ ਨਹੀਂ ਬਣ ਸਕਦਾ। ਮੈਂ ਦੇਖੋ ਪਹਿਲਾਂ 9:30 ਤੋਂ ਲੈ ਕੇ 10 ਵਜੇ ਤੱਕ 8ਵੀਂ ਦੀ ਕਲਾਸ ਲਗਾਈ, 10:30 ਤੋਂ ਬਾਅਦ ਫਿਰ ਮੈਂ ਕਲਾਸ ਲਗਾਈ 6ਵੀਂ ਦੀ, ਔਰ ਉਹਦੇ ਵਿੱਚ ਮੇਰੇ ਕੋਲ 3 ਬੱਚੇ ਸੀਗੇ। ਠੀਕ ਆ ਜੀ, ਫਿਰ ਮੈਂ ਲਾਈ 1 ਤੋਂ 2 ਵਜੇ ਤੱਕ 9ਵੀਂ ਦੀ, ਉਹ ਚ ਮੇਰੇ ਕੋਲ 6 ਬੱਚੇ ਸੀਗੇ। ਹੁਣ 4 ਤੋਂ 5 ਮੈਂ ਤੁਹਾਡੀ ਲਈ, ਤੁਹਾਡੇ ਚ ਵੀ 6 ਬੱਚੇ ਆ। ਮਤਲਬ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਜਿਸ ਸਕੂਲ ਦੇ ਵਿੱਚ ਜਿਨ੍ਹਾਂ ਕਲਾਸਾਂ ਵਿੱਚ 400 ਬੱਚਾ ਪੜ੍ਹਦਾ ਹੋਵੇ, ਉਹ ਚ ਟੋਟਲ ਕਿੰਨੇ ਬੱਚੇ, 100 ਬੱਚਾ ਵੀ ਨਹੀਂ ਕਲਾਸ ਲਾ ਸਕਿਆ। ਠੀਕ ਹੈ ਨਾ, ਮੇਰਾ ਨੁਕਸਾਨ ਤਾਂ ਨਹੀਂ ਬੇਟਾ ਹੋ ਰਿਹਾ, ਨੁਕਸਾਨ ਤੁਹਾਡਾ ਹੋ ਰਿਹਾ। ਪਰ ਤੁਸੀਂ ਬਾਕੀਆਂ ਨੂੰ ਕਹੋ ਜਿਹੜੇ ਪੜ੍ਹਨੇ ਵਾਲੇ, ਲਵਪ੍ਰੀਤ ਪਹਿਲਾਂ ਆਇਆ ਸੀਗਾ, ਮੂੰਹ ਦਿਖਾਇਆ ਚਲ ਗਿਆ, ਮੈਨੂੰ ਕੀ ਫਰਕ ਪੈਂਦਾ ਆ। ਮੈਂ ਹੁਣ ਇਸ ਗਰੁੱਪ ਦੇ ਵਿੱਚ 6 ਬੱਚੇ ਰੱਖਣੇ ਆ ਜਿਹੜੇ ਤੁਸੀਂ ਕਲਾਸ ਲਗਾਏ ਆ, ਬਾਕੀ ਮੈਂ ਸਾਰੀ ਐਨਰੋਲਮੈਂਟ ਸਾਰੀ ਡਿਲੀਟ ਕਰ ਦੇਣੀ ਆ, ਲੋੜ ਹੀ ਨਹੀਂ ਹੈਗੀ ਮੈਨੂੰ। ਇਹ ਥੋੜਾ ਵੀ ਐਨਰੋਲਮੈਂਟ ਰਿਕੁਐਸਟ ਭੇਜਤੀ ਮੇਰੇ ਕੋਲ, ਕਲਾਸ ਵਿੱਚ ਸਾਡੇ ਆ ਗਏ ਆ ਤੇ ਆਪਾਂ ਕਲਾਸ ਆਈਏ ਹੀ ਨਾ। ਨੇਹਾ ਆਈ ਕਲਾਸ ਦੇ ਵਿੱਚ, ਚਲ ਗਈ। ਠੀਕ ਹੈ ਨਾ, ਇਦਾਂ ਨਹੀਂ ਪੁੱਤ ਕਰਨਾ। ਇਹ ਜਿਹੜੇ ਐਪ ਦੇ ਰਾਹੀਂ ਫਿਰ ਵੀ ਚਲੋ ਕੋਈ ਗੱਲ ਨਹੀਂ, ਇਹਦੇ ਵਿੱਚ ਇੱਥੇ ਰਿਕਾਰਡਿੰਗ ਹੁੰਦੀ ਆ, ਰਿਕਾਰਡਿੰਗ ਪਈ ਹੋਣੀ ਆ, ਰਿਕਾਰਡਿੰਗ ਜਦੋਂ ਮਰਜ਼ੀ ਦੇਖ ਲਓ ਤੁਸੀਂ। ਫਿਰ ਵੀ ਤੁਸੀਂ ਮੈਨੂੰ ਜਦੋਂ ਅਗਲੀ ਵਾਰੀ ਜਦੋਂ ਕਲਾਸ ਲੱਗਦੀ ਨਾ, ਪੁੱਛ ਲਿਆ ਕਰੋ ਸਰ ਸਾਨੂੰ ਸਮਝ ਨਹੀਂ ਲੱਗਿਆ। ਪਰ ਇਹ ਕੰਮ ਕਰੋ, ਕੋਸ਼ਿਸ਼ ਕਰੋ ਯਾਦ ਕਰਨ ਦੀ ਨਾਲੋਂ ਨਾਲ ਇਹਨੂੰ। ਠੀਕ ਹੈ ਜੀ, ਓਕੇ ਬੇਟਾ, ਥੈਂਕ ਯੂ।